ਤੇਰੇ ਵਿਛੋੜਿਆਂ ਨੇ ਦਿਲ ਚਾਉ ਖਾ ਲਿਆ ਹੈ। ਆ ਕੇ ਕੌਲ ਖਿੜਿਆ ਮੁਰਝਾ ਮੇਰਾ ਗਿਆ ਹੈ। ਜਿੰਦੇ ਜੇ ਹੁਣ ਵੀ ਆਵੇਂ ਜਿੰਦੜੀ ਰੁਮਕ ਪਵੇ ਮੁੜ। ਖੂਹ ਗੇੜ ਛਿੜ ਪਵੇ ਦਿਲ ਢਿੱਲਾ ਜੋ ਪੈ ਗਿਆ ਹੈ। ਆ ਕੇ ਰੂਹ ਉਡਾਰੂ ਦਰਸ਼ਨ ਤੇਰੇ ਦੇ ਸਦਕੇ। ਠਹਿਰੇ ਕੇ ਕਸਦ ਜਿਸਨੇ ਕਰ ਜਾਣਦਾ ਲਿਆ ਹੈ। ਆ ਕੇ ਤਾਣ ਭਰ ਕੇ ਕਰਕੇ ਆਸਿਕ ਪੂਰੀ। ਆ ਕੇ ਦੇਖ ਲੇਵਾਂ ਪਿਆਰਾ ਹੁਣ ਆ ਗਿਆ ਹੈ। ਆ ਕੇ ਰੁੱਤ ਫਿਰੀ ਹੈ ਪੱਤ ਪੱਤ ਪਿਆ ਚੜ੍ਹਾਂਦਾ। ਸ਼ਾਖਾਂ ਤੇ ਕੰਬਣੀ ਹੈ ਬਨ ਸੈਮ ਛਾ ਗਿਆ ਹੈ। ਬੁਲਬੁਲ ਹੈ ਰਾਤ ਕੇਂਦੀ ਸ਼ਾਖੋ ਹੈ ਸ਼ਾਖ ਫਿਰਦੀ। ਵੇਲਾ ਖਿਜ਼ਾਂ ਦਾ ਹੁਣ ਤਾਂ ਆਖਰ ਤੇ ਆ ਗਿਆ ਹੈ। ਆਖਰ ਤੇ ਹੈ ਖਿਜ਼ਾਂ ਹੁਣ ਆਖਰ ਤੇ ਜਾਣ ਮੇਰੀ। ਆਜਾ ਬਸੰਤ ਆਜਾ ਵੇਲਾ ਵਿਹਾਰ ਰਿਹਾ ਹੈ। ਇੱਕ ਸੁਥਰੇ ਦਲਾਨ ਵਿੱਚ ਇੱਕ ਲਾਲ ਪੱਥਰ ਦਾ ਛੋਟਾ ਜਿਹਾ ਥੜਾ ਹੈ। ਜਿਮੀ ਤੋਂ ਹੱਥ ਕੁ ਭਰ ਉੱਚਾ ਹੈ। ਉਸ ਤੇ ਵਿਛਿਆ ਹੈ ਕੱਢਿਆ ਹੋਇਆ ਚਿੱਟਾ ਕੱਪੜਾ ਤੇ ਉੱਤੇ ਧਰੀ ਹੈ ਇੱਕ ਮਰਜੰਗੀ, ਜਿਸ ਵਿੱਚ ਪਿੱਤਲ ਦੀਆਂ 3 ਮੂਰਤੀਆਂ ਧਰੀਆਂ ਹਨ। ਇੱਕ ਮੂਰਤੀ ਹੈ ਰਾਮ ਜੀ ਦੀ, ਦੂਸਰੀ ਸੀਤਾ ਜੀ ਦੀ, ਤੀਸਰੀ ਲਛਮਣ ਜੀ ਦੀ। 3 ਨਾਲੋਂ ਨਾਲ ਹਨ, ਪਰ ਉਂਝ ਰਾਮ ਜੀ ਦੀ ਰਤਾ ਅਗੇਰੇ ਵਾਰ ਹੈ, ਸੀਤਾ ਜੀ ਦੀ ਰਤਾ ਪਿਛੇਰੇ ਤੇ ਲਛਮਣ ਜੀ ਦੇ ਉਸ ਤੋਂ ਰਤਾ ਹੋਰ ਪਿਛੇਰੇ। ਇਸ ਮਰਜੰਗੀ ਦੇ ਸਾਹਮਣੇ ਬੈਠੀ ਹੈ ਇੱਕ ਨਾਰ ਸਫ ਵਿਛਾ ਕੇ ਤੇ ਉਸ ਦੇ ਉੱਤੇ ਆਸਣ ਢਾ ਕੇ ਕਾਲਾ। ਇਹ ਬੀਬੀ ਹੈ ਜਵਾਨੀ ਤੋਂ ਰਤਾ ਕੁ ਲੰਘੀ ਉਮਰ ਦੀ। ਇਸ ਨੇ ਨੈਣ ਜਮਾਏ ਹੋਏ ਹਨ ਸ੍ਰੀ ਰਾਮ ਚੰਦਰ ਜੀ ਦੀ ਪਿੱਤਲ ਦੀ ਪ੍ਰਤਿਮਾ ਉੱਤੇ। ਕੁਛ ਚਿਰ ਮਗਰੋਂ ਇਸ ਨੇ ਨੈਣ ਝਮਕੇ ਤੇ ਆਖਦੀ ਹੈ, ਮੇਰੇ ਪੂਜੇ ਪ੍ਰੇਤਮ, ਕਿਉਂ ਨਹੀਂ ਇੱਕ ਵੇਰੀ ਨੈਣ ਖੋਲ ਕੇ ਮੈਂ ਵੱਲ ਤੱਕਦੇ। ਉਮਰ ਬੀਤ ਗਈ ਪੂਜਨ ਕਰਦਿਆਂ, ਪਰ ਮੇਰੇ ਭਾਗ ਮੇਰੇ ਕਰਮ ਮੈਂ ਪਤਤ ਆਪ ਮੇਰੇ ਤੇ ਨਹੀਂ ਪਸੀਜੇ। ਮੈਂ ਸੁਣਿਆ ਹੈ ਕਿ ਤੁਸੀਂ ਕਈ ਵੇਰ ਭਗਤਾਂ ਨੂੰ ਮਿਲੇ ਹੋ, ਮੇਰੀ ਵਾਰ ਕਿਉਂ ਦੇਰ ਹੈ। ਹਾਂ ਮੈਂ ਭਗਤ ਨਹੀਂ, ਮੈਂ ਕਰਮਹੀਣ ਹਾਂ, ਜਨਮਾਂ ਤੋਂ ਗੁਨਾਹਗਾਰ ਹਾਂ, ਪਤਤ ਹਾਂ। ਪਰ ਗੱਲ ਕੀ ਸੀ, ਉਸ ਨੂੰ ਕਿਉਂ ਪੁਕਰੇ ਸਾਓ। ਨਹੀਂ, ਮੈਂ ਉਸ ਤੋਂ ਵੀ ਨੀਵੀਂ ਹਾਂ। ਹਾਂ ਭਗਤੀ ਕਠਨ ਹੈ, ਪੂਜਣ ਔਖਾ ਹੈ। ਜੀਵਨ ਨੂੰ ਸਭ ਪਾਸਿਓਂ ਪਵਿੱਤਰ ਰੱਖ ਕੇ ਪੂਜਾ ਭਾਗ ਵਿੱਚ ਰਹਿਣਾ ਕਰੜਾ ਹੈ। ਸਭ ਕੁਛ ਕੀਤਾ, ਪਰ ਇਹ ਮੇਰੇ ਰਾਮ ਮੇਰੇ ਤੇ ਨਹੀਂ ਤਰੁੱਠੇ। ਅਜੇ ਮੇਰੀ ਭਗਤੀ ਵਿੱਚ ਕਸਰ ਹੈ। ਇਉਂ ਆਖਦੀ ਕੁਛ ਬੌਲੀਆਂ ਵਾਂਗੂ ਉੱਠੀ, ਦਲਾਨ ਦੇ ਦੂਸਰੇ ਸਿਰੇ ਚਲੀ ਗਈ। ਇੱਕ ਤਖਤ ਪੋਸ਼ ਤੇ ਵੀਣਾ ਪਈ ਸੀ, ਚਾਹ ਲਿਆਈ। ਫਿਰ ਮੂਰਤੀ ਦੇ ਸਾਹਮਣੇ ਆ ਕੇ ਮੂਰਤੀ ਵਾਂਗੂ ਅਚਲ ਹੋ ਕੇ ਬੀਬੀ ਬੈਠ ਗਈ, ਪਰ ਉਸ ਦੀਆਂ ਉਂਗਲਾਂ ਵੀਣਾ ਦੀਆਂ ਤਾਰਾਂ ਤੇ ਇੱਕ ਅਨੋਖੇ ਨਾਚ ਵਿੱਚ ਨ੍ਰਿਤਕਾਰੀ ਕਰਨ ਲੱਗ ਪਈਆਂ। ਥੋੜ੍ਹੀ ਦੇਰ ਮਗਰੋਂ ਬੀਬੀ ਦਾ ਗਲਾ ਖੁੱਲ੍ਹਿਆ ਤੇ ਡਾਢੀ ਦਰਦ ਭਰੀ ਸੁਰ ਵਿੱਚ ਇਹ ਲਾਡ ਭਰਿਆ ਗੀਤ ਗਾਵਿਆਂ ਗਿਆ। ਬੋਲਤੇ ਨਹੀਂ ਹੋ, ਆਂਖੇਂ ਨਾ ਖੋਲਤੇ ਹੋ, ਭਗਤੀ ਮੇਰੀ ਕਾ ਕਿਆ ਤੋਲ ਤੋਲਤੇ ਹੋ। मिरनाल तार का क्या तोल तुल सकेगा, मकड़ी की तार का क्या मोल मिल सकेगा। बिंदु तो शून है, कीमत भी शून है, परखते हो बांदी, बांदी तो ऊन है। बिरद को संभालो अपने को हे प्रभु, अब गुण चितारिये ना पततों के तुम कबू। पहले युगों में तारे कितने पतत उबारे, जस्सी को हे प्रभु कलयुग में ले उतारे। ਇਹ ਗੀਤ ਇਸ ਦਿਲ ਖਿੱਚ ਰਹਾ ਲੈ ਸੁਰ ਤੇ ਤਾਲ ਵਿੱਚ ਗਾਵਿਆਂ ਗਿਆ ਕਿ ਸੁਣਦੇ ਦਾ ਕਲੇਜਾ ਕੱਢ ਲਵੇ। ਗਾਉਣੇ ਵਾਲੀ ਨੇ, ਜਿਸ ਦਾ ਨਾਮ ਜੱਸੀ ਸੀ, ਆਪਣਾ ਉਮਰ ਦਾ ਵਿਯੋਗ ਇਸ ਵਿੱਚ ਅੰਕਿਤ ਕੀਤਾ ਸੀ। ਆਪ ਗਾਉਂਦੀ ਗਾਉਂਦੀ ਮੋਮ ਹੋ ਗਈ ਸੀ, ਨੈਣਾ ਤੋਂ ਨੀਰ ਜਾਰੀ ਸੀ। ਹੱਥ ਹੁਣ ਖੜੋ ਗਏ, ਵੀਣਾ ਚੁੱਪ ਹੋ ਗਈ। ਦਲਾਨ ਵਿੱਚ ਸਨਾਟਾ ਛਾ ਗਿਆ। ਜੱਸੀ ਦੀ ਸੁਰਤ ਜੁੜ ਗਈ।
ਇਉਂ ਭਾਸਿਆ ਕਿ ਮੂਰਤ ਹਿੱਲ ਪਈ ਹੈ, ਆਦਮ ਕਦ ਹੋ ਗਈ ਹੈ। ਨੈਣ ਖੁੱਲ੍ਹ ਗਏ ਹਨ ਤੇ ਬੁੱਲ ਕੁਛ ਫਰਕ ਰਹੇ ਹਨ, ਮਾਨੋ ਕੁਛ ਕਹਿ ਰਹੇ ਹਨ। ਜੱਸੀ ਨੇ ਜਾਤਾ ਅੱਜ ਭਗਤੀ ਪੂਰੀ ਹੋ ਗਈ। ਹਾਂ, ਅੱਗੇ ਵੀ ਕਈ ਵੇਰ ਲਾਡ ਵਾਲੇ ਉਲਾਮਿਆਂ ਨਾਲ ਸੰਤਾਂ ਭਗਤਾਂ ਤੇ ਪਸੀਜਿਆ ਹੈ, ਅੱਜ ਵੀ ਉਸੇ ਬਿਰਦ ਦੀ ਲਾਜ ਆ ਗਈ ਸੋ। ਪਰ ਸੀ ਜੱਸੀ ਸਿਆਣੀ, ਨੈਣ ਖੋਲ੍ਹ ਕੇ ਲੱਗੀ ਤੱਕਣ। ਇਹ ਸੱਚ ਹੈ ਕਿ ਭੁਲਾਵਾਂ ਕਿ ਮੇਰੇ ਮਨ ਦਾ ਆਪਣਾ ਪਖਲਾ। ਨੈਣ ਖੋਲ੍ਹ ਕੇ ਦੇਖੇ ਤਾਂ ਮੂਰਤੀ ਉਸੇ ਤਰ੍ਹਾਂ ਮਰਜੰਗੀ ਵਿੱਚ ਅਡੋਲ ਖੜੀ ਹੈ। ਤਾਂ ਫੇਰ ਦਿਲ ਟੁੱਟਾ ਤੇ ਹੋਰ ਰੋਈ ਕਿ ਕਲਯੁਗ ਘੋਰ ਹੋ ਗਿਆ। ਹੁਣ ਦੇਵਤੇ ਦੀ ਕਿਤਨੀ ਪੂਜਾ ਕਰੋ, ਆਪਣਾ ਧਾਤੂ ਰੂਪ ਛੋੜ ਕੇ ਸਜਿੰਦ ਰੂਪ ਨਹੀਂ ਧਾਰਦਾ। ਇਸ ਤਰ੍ਹਾਂ ਦੇ ਹਾਵੇ ਵਿੱਚ ਬੈਠੀ ਸੀ ਕਿ ਦਾਸੀ ਆ ਗਈ, ਧਾਬਲੀ। ਇਹ ਮੁਟਿਆਰ ਬੀਕਾਨੇਰ ਦੀ ਸੀ ਤੇ ਬੀਬੀ ਦੀ ਸੇਵਾ ਕਰਦੀ ਹੁੰਦੀ ਸੀ। ਕਿਸੇ ਸਮੇਂ ਕਾਲ ਦੀ ਮਾਰੀ ਘਰੋਂ ਟੁਰ ਪਈ ਸੀ ਤੇ ਕਈ ਦਾਨਿਆਂ ਸਿਆਣਿਆਂ ਪੰਡਤਾਂ ਦੇ ਘਰਾਂ ਵਿੱਚ ਨੌਕਰੀ ਕਰਦੀ ਕੁਛ ਹੋਸ਼ ਵਾਲੀ ਹੋ ਗਈ ਹੋਈ ਸੀ। ਪਿਆਰ ਵਾਲੀ, ਸੋ ਜੱਸੀ ਦੇ ਘਰ ਆ ਕੇ ਇਸ ਦੇ ਪਿਆਰ ਵਿੱਚ ਬੱਝ ਕੇ ਇਸ ਪਾਸ ਟਿਕ ਗਈ ਹੋਈ ਸੀ। ਆ ਕੇ ਆਖਣ ਲੱਗੀ, ਕੋਈ ਮਹਾਤਮਾ ਆਏ ਹਨ ਤੇ ਮੈਂ ਉਹਨਾਂ ਨੂੰ ਸੁਫੇ ਵਿੱਚ ਬਿਠਾ ਆਈ ਹਾਂ ਆਦਰ ਨਾਲ, ਤੇ ਕਹਿ ਆਈ ਹਾਂ ਕਿ ਮਾਤਾ ਜੀ ਪੂਜਾ ਵਿੱਚ ਬੈਠੇ ਹਨ, ਉੱਠਣਗੇ ਤਾਂ ਆਉਣਗੇ। ਚਿਹਰੇ ਵੱਲ ਤੱਕ ਕੇ ਤੇ ਹੈ ਫੇਰ ਰੁਦਨ, ਵਾਹ ਸੁਆਮਣੀ, ਦੀਦੇ ਗਾਲ ਲਓਗੇ ਰੋ ਰੋ ਕੇ। ਮੂਰਤੀਆਂ ਕੋਈ ਹੰਝੂ ਵੇਖਦੀਆਂ ਹਨ ਕਿ ਰੋਣਾ ਤੇ ਡੁਸਕਾਰੇ ਸੁਣਦੀਆਂ ਹਨ। ਮੈਂ ਤਾਂ ਪੰਡਤ ਦੇ ਘਰ ਸੁਣਿਆ ਸੀ ਕਿ ਇਹ ਤਾਂ ਮਨ ਟਿਕਾਉਣ ਲਈ ਧਿਆਨ ਦਾ ਆਸਰਾ ਮਾਤਰ ਹੁੰਦੀਆਂ ਹਨ। ਐਨੀ ਉਮਰ ਹੋ ਗਈ, ਕਦੀ ਇਹ ਬੋਲੀਆਂ ਹਨ, ਕਦੇ ਨਹੀਂ ਬੋਲਣਗੀਆਂ। ਸੁਆਮਨ, ਆਪਣੇ ਨੈਣ ਖੋਰੇ ਨਾ ਕਰੋ। ਇਹ ਪਿਆਰ ਦੀ ਝਿੜਕ ਸੁਣ ਕੇ ਜੱਸੀ ਨੂੰ ਗੁੱਸਾ ਨਹੀਂ ਆਇਆ, ਸਗੋਂ ਕੁਛ ਸੋਚ ਕਰਨ ਲੱਗ ਪਈ। ਫੇਰ ਕਹਿਣ ਲੱਗੀ, ਧਾਬਲੀ, ਤੇਰੇ ਵਿੱਚ ਸ਼ਰਧਾ ਨਹੀਂ, ਤੂੰ ਜਾਂਗਲੀ ਹੈ। ਕਲਯੁਗ ਹੈ, ਦੇਵ ਮੌਨ ਹਨ। ਜਦੋਂ ਮੇਰੀ ਭਗਤੀ ਦੀ ਅਗਨੀ ਦਾ ਤੇਜ ਵਧੇਗਾ, ਇਹ ਬੋਲ ਪੈਣਗੇ। ਧਾਬਲੀ, ਅੱਛਾ ਜੀਓ, ਤਾਂ ਫਿਰ ਅੱਖਾਂ ਦਾ ਬਹੁਤਾ ਬਚਾਓ ਕਰੋ, ਜੋ ਉਦੋਂ ਦਰਸ਼ਨ ਜੋਗੀਆਂ ਰਹਿ ਜਾਣ। ਰੋ ਰੋ ਕੇ ਗਾਲ ਲਈਆਂ ਤੇ ਤਦੋਂ ਤੁਸੀਂ ਦੇਖ ਨਾ ਸਕੇ ਤਾਂ ਜਿਹੇ ਦੇਵਤਾ ਪ੍ਰਗਟ ਹੋਏ, ਜਿਹੇ ਨਾ ਪ੍ਰਗਟੇ। ਜੱਸੀ ਹੱਸ ਪਈ ਤੇ ਰਾਮ ਰਾਮ ਸੀਆ ਬਰ ਰਾਮ ਚੰਦਰ ਕੀ ਜੈ ਕਹਿੰਦੀ ਉੱਠ ਖੜੀ ਹੋਈ। ਵੀਣਾ ਸਾਂਭ ਦਿੱਤੀ ਉਸਨੂੰ, ਦੂਸਰੇ ਕੱਪੜੇ ਪਹਿਨ ਕੇ ਸੋਫੇ ਵਿੱਚ ਚਲੀ ਗਈ ਤੇ ਜਾ ਉਸ ਸਾਧੂ ਨੂੰ ਜੈ ਸੀਤਾ ਰਾਮ ਆਖੀ। ਸਾਧੂ ਨੇ ਅਸ਼ੀਰਵਾਦ ਦਿੱਤੀ, ਰਾਮ ਕਲਿਆਣ ਕਰੇ, ਤੇ ਫੇਰ ਗੱਲਬਾਤ ਛੇੜ ਦਿੱਤੀ ਉਸਨੂੰ। ਮਾਤਾ, ਅਸੀਂ ਆਏ ਹਾਂ ਅਯੁੱਧਿਆ ਤੋਂ। ਤੁਹਾਡੀ ਕੀਰਤੀ ਉੱਥੇ ਸੁਣੀ ਸੀ ਕਿ ਤੁਸੀਂ ਬੜੇ ਪ੍ਰੇਮ ਨਾਲ ਰਾਮ ਮੂਰਤੀ ਦੀ ਭਗਤੀ ਕਰ ਰਹੇ ਹੋ। ਅਸਾਂ ਕਿਹਾ ਕਿ ਜਦ ਅਸੀਂ ਬਿੰਦਰਾਬਨ ਜਾਵਾਂਗੇ ਤਾਂ ਮਾਈ ਦਾ ਵੀ ਆਗਰੇ ਜਾ ਕੇ ਦਰਸ਼ਨ ਕਰਾਂਗੇ। ਮਾਈ, ਸੁਣੋ ਬਾਬਾ ਜੀ, ਮੇਰੀ ਭਗਤੀ ਕੁਛ ਨਹੀਂ। ਬਚਪਨ ਤੋਂ ਮੈਨੂੰ ਕੋਈ ਬੈਰਾਗੀ ਸਾਧੂ ਮੂਰਤੀ ਦਾ ਪੂਜਨ, ਆਰਤੀ ਆਦਿ ਸਿਖਾ ਗਏ ਸਨ। ਜਿਵੇਂ ਉਹ ਕਹਿ ਗਏ ਸਨ ਮੈਂ ਕਰਦੀ ਰਹੀ ਹਾਂ। ਹੁਣ ਉਮਰਾਂ 40 ਤੋਂ ਕਿਤੇ ਲੰਘ ਗਈ ਹੈ। ਮੈਂ ਦਿਨ ਸੰਜਮ ਦੇ ਬਿਤਾਏ ਹਨ, ਪਵਿੱਤਰਤਾ ਵਿੱਚ ਰਹੀ ਹਾਂ, ਬ੍ਰਤ ਧਾਰਨ ਕਰਦੀ ਰਹੀ ਹਾਂ। ਸਾਰੇ ਸਾਲ ਦੇ ਤੀਰਥ ਵੀ ਪਰਸੇ ਹਨ, ਪਰੰਤੂ ਮੇਰੇ ਉਪਾਵਾਂ ਨੂੰ ਫਲ ਨਹੀਂ ਪਿਆ। ਸਾਧੂ, ਕਲਯੁਗ ਹੈ, ਦੇਵਤਾ ਨਹੀਂ ਸੰਜੀਵ ਹੋ ਕੇ ਹੁਣ ਮਰਜੰਗੀ ਤੋਂ ਚਲਾਏਮਾਨ ਹੁੰਦੇ, ਪਰ ਭਗਤੀ ਬਿਰਥਾ ਨਹੀਂ ਜਾਂਦੀ। ਜੱਸੀ, ਜਦ ਸ਼ੌਕ ਹੋਵੇ ਦਰਸ਼ਨ ਦਾ ਤੇ ਪੂਰਾ ਨਾ ਹੋਵੇ ਤਾਂ ਨਿਰਾਸ਼ਤਾ ਹੁੰਦੀ ਹੈ, ਆਪਣੀ ਕਸਰ ਵੀ ਹੁੰਦੀ ਹੈ। ਸਾਧੂ, ਮਾਤਾ, ਉਹ ਮੂਰਤੀ ਪੂਜਨ, ਅਰਚਾ, ਬੰਦਨ, ਧੂਪ, ਦੀਪ, ਪੁਸ਼ਪ, ਨੈਵੇਦ ਇਹ ਪਹਿਲਾ ਪਾਦ ਸੀ। ਇਸ ਤੋਂ ਅੱਗੇ ਚੱਲਣਾ ਚਾਹੀਦਾ ਸੀ ਜੇ ਸੀ ਸ਼ੌਕ ਦਰਸ਼ਨ ਦਾ ਤਾਂ। ਮਾਈ, ਅੱਛਾ, ਅਗਲਾ ਪਦ ਕੀ ਸੀ? ਸਾਧੂ, ਭਜਨ ਗਾਇਨ। ਜੱਸੀ, ਰਾਮ ਗੁਣ ਕਥਨ ਕਰਦੀ ਰਹੀ ਹਾਂ, ਰਾਮ ਮੂਰਤੀ ਅੱਗੇ ਵੀਣਾ ਨਾਲ ਗਾਉਂਦੀ ਵੀ ਰਹੀ ਹਾਂ। ਸਾਧੂ, ਨਹੀਂ, ਸਿਰ ਹਿਲਾ ਕੇ।
ਮੂਰਤੀ ਦੇ ਅੱਗੇ ਨਹੀਂ। ਜੋ ਦਰਸ਼ਨ ਦੀ ਇੱਛਾ ਹੋਏ ਤਾਂ ਦੇਖੋ ਨਾ, ਕਲਯੁਗ ਦਾ ਵਿਚਾਰ ਵੀ ਕਰੋ ਨਾ। ਦੇਵਤਾ ਮੂਰਤੀ ਵਿੱਚ ਆ ਕੇ ਪ੍ਰਗਟ ਨਹੀਂ ਹੁੰਦਾ, ਦੇਵਤਾ ਸੰਜਿੰਦ ਵਿੱਚ ਆਉਂਦਾ ਹੈ ਇਸ ਸਮੇਂ। ਜੱਸੀ ਜਰਾ ਘਬਰਾ ਕੇ, ਸਜਿੰਦ ਕੀ ਭਾਵ? ਜੀਵ ਵਿੱਚ, ਕਿਸੇ ਮਨੁੱਖ ਵਿੱਚ? ਸਾਧੂ ਜੱਸੀ ਦਾ ਘਬਰਾ ਤੱਕ ਕੇ, ਮਾਤਾ ਪ੍ਰਾਣੀ ਮਾਤਰ ਵਿੱਚ ਨਹੀਂ, ਪਰੰਤੂ ਕਿਸੇ ਦਿਵਯ ਸਰੀਰ ਵਿੱਚ, ਐਸੇ ਸਮੇਂ ਕਿ ਜਦੋਂ ਉਹ ਹੋ ਜਾਏ ਪ੍ਰੇਮ ਨਾਲ ਦ੍ਰਵੀਭੂਤ ਤਾਂ ਆਵੇਸ਼ ਹੋ ਜਾਂਦਾ ਹੈ ਠਾਕੁਰ ਦਾ। ਜੱਸੀ ਸਿਰ ਹਿਲਾ ਕੇ, ਰਸਤਾ ਖਤਰੇ ਵਾਲਾ ਹੈ। ਮੂਰਤੀ ਪੂਜਣ ਵਿੱਚ ਖਤਰਾ ਕੋਈ ਨਹੀਂ ਕਿ ਸਾਨੂੰ ਕੋਈ ਧੋਖਾ ਦੇ ਜਾਏਗਾ। ਆਚਰਣ ਦੀ ਸ਼ੁੱਧਤਾ ਮੂਰਤੀ ਪੂਜਨ ਨਾਲ ਖਤਰੇ ਵਿੱਚ ਨਹੀਂ ਪੈਂਦੀ। ਸਾਧੂ ਮੈਂ ਸੁਣਿਆ ਹੈ ਕਿ ਆਪ ਸਾਧੂ ਮਹਾਤਮਾਵਾਂ ਨੂੰ ਮਿਲਦੇ ਹੋ। ਜੱਸੀ ਹਾਂ, ਮਿਲਦੀ ਹਾਂ, ਪਰ ਕਿਸੇ ਵਿੱਚ ਪੂਜੇ ਬੁੱਧੀ ਧਾਰਨ ਨਹੀਂ ਕਰਦੀ। ਸਭ ਨੂੰ ਸਤ ਸੰਗੀ ਸਮਝ ਕੇ ਸਤਿਕਾਰ ਕਰਦੀ ਹਾਂ, ਕਿਉਂਕਿ ਮੈਂ ਦਰਸ਼ਨ ਚਾਹੁੰਦੀ ਹਾਂ ਰਾਮ ਦੇ। ਰਾਮ ਤੋਂ ਘੱਟ ਨੂੰ ਮੈਂ ਨਹੀਂ ਲੋਚਦੀ। ਸਾਧੂ ਮੱਥੇ ਤੇ ਆਏ ਵੱਟ ਖੋਲ ਕੇ, ਮਾਤਾ ਤੇ ਰਸਤਾ ਉਹ ਹੈ ਜੋ ਮੈਂ ਦੱਸਦਾ ਹਾਂ। ਰਾਮ ਕੀ ਲੀਲਾ ਦੇਖੋ। ਜੱਸੀ ਲੀਲਾ? ਲੀਲਾ ਜੋ ਸਾਰੇ ਸੰਸਾਰ ਵਿੱਚ ਹੋ ਰਹੀ ਹੈ, ਦੇਖ ਰਹੀ ਹਾਂ ਰਾਮ ਦੀ। ਸਾਧੂ ਨਹੀਂ ਮਾਤਾ, ਪਰਮ ਪਵਿੱਤਰ ਮਨੁੱਖਾਂ ਦਾ ਸਮੁਦਾਇ ਮਿਲ ਕੇ ਜੋ ਲੀਲਾ ਰਾਮ ਨੇ ਕੀਤੀ ਹੈ ਸੰਸਾਰ ਵਿੱਚ, ਉਹ ਲੀਲਾ ਕਰਦੇ ਹਨ। ਭਗਤ ਜਨ ਉਹ ਲੀਲਾ ਨੂੰ ਪ੍ਰਤੱਖ ਹੁੰਦਿਆਂ ਦੇਖ ਕੇ ਸ਼ਰਧਾ ਭਗਤੀ ਵੱਧਦੀ ਹੈ, ਤੇ ਕਦੇ ਕਦੇ ਉਹ ਜੋ ਲੀਲਾ ਕਰ ਰਿਹਾ ਹੁੰਦਾ ਹੈ ਰਾਮ ਦੀ, ਉਸ ਵਿੱਚ ਆਵੇਸ਼ ਹੋ ਜਾਂਦਾ ਹੈ ਰਾਮ ਦਾ। ਉਹ ਸਮਾਂ ਹੁੰਦਾ ਹੈ ਦਰਸ਼ਨ ਦਾ। ਸਾਖਿਆਤ ਉਸ ਵੇਲੇ ਠਾਕੁਰ ਉਹ ਕੁਛ ਕਰਦਾ ਹੈ ਜੋ ਆਪਣੇ ਸਰੀਰ ਵੇਲੇ ਕਰਦਾ ਹੁੰਦਾ ਹੈ। ਜੱਸੀ ਰਾਮ ਲੀਲਾ ਜੋ ਅੱਸੂ ਦੇ ਮਹੀਨੇ ਪੈਂਦੀ ਹੈ, ਹੁਣ ਤਾਂ ਉਹ ਪਠਾਨ ਪਾਤਸ਼ਾਹ ਨਹੀਂ ਕਰਨ ਦਿੰਦੇ। ਸਾਧੂ ਹਾਂ, ਰੋਕਾਂ ਪਾਉਂਦੇ ਹਨ, ਪਰ ਉਹ ਅੱਸੂ ਮਾਸ ਵਾਲੀ ਨਹੀਂ। ਇਹ ਤਾਂ ਖਾਸ ਚੁਣ ਕਰਕੇ महापुरुष लोगों का समुदाय सारा नाट करता है, सारा हर दिन। जस्सी जिस तरह रास पैंदी है कृष्ण दी। साधु हाँ माता, परंतु इस विच आम खास नहीं, चुने हुए भजन वाले पवित्र आत्मा नाट करते हैं। जस्सी हुण मैं समझी। साधु उन्हां विच आवेश हुंदा है श्री राम जी दा, नित नहीं कदे किसी नाट वेले। जैसे साडे परसों भीलनी लीला दे समय नाटे करन वाले महात्मा राम आवेश विच आ गए सन। वाह वाह, आश्चर्य आनंद सी। आप देखो माता जी, देखण विच कोई क्या दोष है? माता राम की पावन लीला तो है। जस्सी शरदा ना करके, दोष क्यों पुण्य है, पर की हाकमां दी रोक कोई नहीं। साधु नहीं, ਉਹ ਕੁਛ ਦਾਨ ਲੈਂਦੇ ਹਨ, ਫਿਰ ਰੋਕ ਨਹੀਂ ਰਹਿੰਦੀ। ਜੱਸੀ ਭਲਾ ਤਾਂ ਫਿਰ ਕਦ ਤੇ ਕਿੱਥੇ ਅਵਸਰ ਹੈ? ਸਾਧੂ ਨੇ ਆਪਣਾ ਟਿਕਾਣਾ ਦੱਸਿਆ ਤੇ ਵੇਲਾ ਦੱਸਿਆ। ਜੱਸੀ ਨੇ ਕੁਛ ਆਪ ਦੀ ਭੇਟਾ ਕੀਤਾ ਤੇ ਸਾਧੂ ਜੀ ਵਿਦਾ ਹੋਏ। ਲੀਲਾ ਵਾਸਤੇ ਇੱਕ ਉਚੇਰਾ ਥਾਂ ਬਣਿਆ ਹੋਇਆ ਹੈ, ਜਿਸ ਨੂੰ ਰੰਗ ਭੂਮੀ ਕਹਿੰਦੇ ਹਨ। ਉੱਤੇ ਇੱਕ ਦੋ ਪਰਦੇ ਵੀ ਹਨ ਤੇ ਅੱਗੇ ਰਾਮ ਜੀ ਦੀ ਲੀਲਾ ਪੈ ਰਹੀ ਹੈ, ਜਿਵੇਂ ਪੈਂਦੀ ਹੈ ਕ੍ਰਿਸ਼ਨ ਜੀ ਦੀ ਰਾਸ। ਲੋਕੀ ਦੇਖ ਰਹੇ ਹਨ, ਲੀਲਾ ਬਹੁਤ ਅੱਛੀ ਪੈ ਰਹੀ ਹੈ। ਜੀਕੂ ਚੰਗੇ ਸਿਆਣੇ ਨਾਟੇ ਵਿਦਿਆ ਦੇ ਜਾਣੂ ਪਾਤਰ ਨਾਟ ਕਰਦੇ ਹਨ। ਜੱਸੀ ਵੀ ਬੈਠੀ ਹੈ ਤੇ ਉਹ ਸਾਧੂ ਜੀ ਇਸ ਦੇ ਪਾਸ ਬੈਠੇ ਹਨ, ਇਸ ਲਈ ਕਿ ਜਿਸ ਵੇਲੇ ਆਵੇਸ਼ ਦਾ ਕੋਈ ਸਮਾਂ ਆਵੇ ਤਾਂ ਉਹ ਜੱਸੀ ਨੂੰ ਦੱਸ ਸਕਣ ਤੇ ਜੱਸੀ ਉਸ ਵੇਲੇ ਉਸ ਆਸ ਪੂਰਨ ਕਰ ਲਵੇ ਜੋ ਸ੍ਰੀ ਰਾਮ ਦਰਸ਼ਨ ਪ੍ਰਤੱਖ ਦਰਸ਼ਨ ਦੀ ਉਸ ਨੂੰ ਲੱਗ ਰਹੀ ਸੀ ਬਾਲਪਨ ਤੋਂ, ਤੇ ਜਿਸ ਨੂੰ ਉਹ ਸਮਝਦੀ ਸੀ ਕਿ ਮੂਰਤੀ ਵਿੱਚ ਜਾਣ ਪੈ ਕੇ ਹੋ ਜਾਣਗੇ। ਹੁਣ ਉਹ ਮਹਾਤਮਾ ਦੀ ਗੱਲ ਤੇ ਅਮੰਨਾ ਕਰਕੇ ਆਵੇਸ਼ ਦੇ ਦਰਸ਼ਨ ਲਈ ਲੀਲਾ ਵਾਲੇ ਥਾਂ ਰੋਜ਼ ਆਉਂਦੀ ਹੈ। ਪਰ ਜੰਗਲੀ ਜਨਾਨੀ ਧਾਵਲੀ ਆਪਣੀ ਸੁਆਮਣ ਦਾ ਸੰਗ ਨਹੀਂ ਛੋੜਦੀ। ਉਹ ਵੀ ਨਾਲ ਬੈਠੀ ਵੇਖ ਰਹੀ ਹੈ ਕਿ ਕਿਸ ਵੇਲੇ ਇਨਸਾਨ ਰਾਮ ਰੱਬ ਰਾਮ ਹੁੰਦਾ ਹੈ। ਉਸ ਨੂੰ ਸ਼ਰਧਾ ਨਹੀਂ, ਉਹ ਤਾਂ ਆਪਣੀ ਸੁਆਮਣੀ ਦੀ ਪਿਆਰੀ ਹੈ
ਤੇ ਉਸ ਦੀ ਰਾਖੀ ਆਈ ਬੈਠੀ ਹੈ ਕਿ ਕਿਸੇ ਦੇ ਛਲ ਹੇਠ ਨਾ ਆ ਜਾਵੇ। ਹਾਂ, ਉਹ ਤੱਕ ਰਹੀ ਹੈ ਕਿ ਪਰਖ ਦੇ ਵੇਲੇ ਉਹ ਆਪਣੀ ਮਾਲਕਣੀ ਨੂੰ ਕੋਈ ਉਕਾਈ ਨਾ ਕਰਨ ਦੇਵੇ। ਅਚਾਨਕ ਜਿਸ ਵੇਲੇ ਭੀਖਣ ਨੂੰ ਰਾਜ ਤਿਲਕ ਦੇਣ ਦਾ ਨਾਟੇ ਹੋ ਰਿਹਾ ਸੀ, ਤਾਂ ਸਾਧੂ ਨੇ ਕਿਹਾ ਕਿ ਦੇਖੋ ਹੁਣ ਆਵੇਸ਼ ਹੈ। ਜੱਸੀ ਨੇ ਡਿੱਠਾ ਕਿ ਜੋ ਮਹਾਤਮਾ ਰਾਮ ਦਾ ਸਰੂਪ ਬਣ ਕੇ ਨਾਟ ਕਰ ਰਿਹਾ ਹੈ, ਇੱਕ ਤੇਜ ਤੇ ਜਲਾਲ ਵਿੱਚ ਆ ਗਿਆ ਹੈ। ਸੱਚਮੁੱਚ ਚਿਹਰਾ ਬਦਲ ਗਿਆ ਹੈ। ਜੱਸੀ ਦੇ ਅੰਦਰ ਸਮਿਆਂ ਦੀ ਸੱਦਰ ਸੀ, ਪ੍ਰਤੱਖ ਦਰਸ਼ਨ ਦੀ। ਉਸ ਵੇਲੇ ਦਰਸ਼ਨ ਕਰ ਕਰਕੇ ਬਿੰਟੀ ਵਿੱਚ ਪੈ ਗਈ, ਹੇ ਸੀ ਅੰਬਰ ਰਾਮਚੰਦਰ, ਤੁਸੀਂ ਆਏ ਹੋ ਤੇ ਆਏ ਹੋ ਭਗਤ ਭੀਖਣ ਨੂੰ ਤਾਰਨ, ਤਾਂ ਮੈਂ ਵੀ ਭਿਖਾਰਨ ਹਾਂ। ਦਰਸ਼ਨ ਦੀ ਰੰਗ ਭੂਮੀ ਤੋਂ ਉਤਰ ਕੇ ਆਓ ਤੇ ਚਰਨ ਕਮਲਾਂ ਤੇ ਇਹ ਨਮਸਕਾਰ ਨੂੰ ਸਹਿਕਦਾ ਮੱਥਾ ਲਵਾ ਲਓ, ਮੇਰਾ ਜਨਮ ਸਕਾਰਥਾ ਹੋ ਜਾਏ। ਇਸ ਤਰ੍ਹਾਂ ਦੀ ਬੇਨਤੀ ਮਨੋ ਮਨ ਕਰਦੀ ਮਾਨੋ ਲੀਨ ਹੋ ਗਈ। ਸਾਧੂ ਕੋਈ ਗੱਲ ਕਰਦਾ ਹੈ, ਪਰ ਮਾਈ ਮਗਨ ਹੈ ਆਪਣੇ ਬਿਨੈ ਵਿੱਚ ਤੇ ਨਹੀਂ ਸੁਣ ਰਹੀ ਜੋ ਉਹ ਸੁਣਾ ਰਿਹਾ ਹੈ। ਧਾਬਲੀ ਤੱਕ ਰਹੀ ਹੈ, ਕਦੇ ਸ੍ਰੀ ਰਾਮ ਵੱਲ, ਕਦੇ ਸਾਧੂ ਵੱਲ ਤੇ ਕਦੇ ਆਪਣੀ ਸੁਆਮਣ ਵੱਲ, ਤੇ ਬੇਮਲੂਮੇ ਸਿਰ ਨਵਾ ਰਹੀ ਹੈ ਆਪਣੀ ਸੁਆਮਣ ਵੱਲ ਤੇ ਕਹਿ ਰਹੀ ਹੈ ਮਨੋ ਮਨ ਕਿ ਹੇ ਮੇਰੀ ਪਿਆਰੀ, ਰਾਮ ਤਾਂ ਤੇਰੇ ਵਿੱਚ ਹੈ, ਘਟ ਘਟ ਵਾਲਾ ਰਾਮ। ਹਾਂ, ਮੇਰਾ ਰਾਮ ਤੇਰੇ ਵਿੱਚ ਹੈ, ਤੇਰਾ ਰਾਮ ਪਤਾ ਨਹੀਂ ਕਿੱਥੇ ਹੈ। ਫੇਰ ਕਹਿੰਦੀ ਹੈ ਦਿਲ ਨੂੰ ਕਿ ਜੇ ਉਹ ਰੰਗ ਭੂਮੀ ਤੇ ਬੈਠਾ ਰਾਮ ਦਾ ਸਰੂਪ ਉਹ ਰਾਮ ਹੈ ਜੋ ਤ੍ਰੇਤੇ ਵਿੱਚ ਹੈ ਸੀ, ਤਾਂ ਉਸ ਨੂੰ ਕਿਉਂ ਨਹੀਂ ਪਤਾ ਲੱਗਾ ਮੇਰੀ ਸੁਆਮਣ ਦੇ ਪਿਆਰ ਦਾ, ਜੋ ਕੁੱਠੀ ਪਈ ਹੈ ਦਰਸ਼ਨ ਸਿੱਖ ਵਿੱਚ ਤੇ ਭਿੱਜੀ ਪਈ ਹੈ ਕਿਸੇ ਬੇਨਤੀ ਵਿੱਚ। ਫੇਰ ਸੋਚਦੀ ਹੈ ਕਿ ਮੈਂ ਅਨਪੜ੍ਹ ਹਾਂ, ਖਬਰੇ ਸੁਆਮਣ ਕਿੰਨਾ ਬਰੀਕੀਆਂ ਵਿੱਚ ਹੈ। ਜੱਸੀ ਬਿਣੇ ਵਿੱਚ ਮਗਨ ਬੈਠੀ ਹੈ। ਲੀਲਾ ਅੱਜ ਦੀ ਪੈ ਹਟੀ। ਸਾਧੂ ਪਾਸ ਬੈਠਾ ਕਹਿ ਰਿਹਾ ਹੈ, ਮਾਤਾ ਲੀਲਾ ਸਮਾਪਤ ਹੈ। ਮਾਤਾ ਬੇਨਤੀ ਕਰ ਕਰਕੇ ਅੰਦਰੋਂ ਅੰਦਰ ਰੋ ਰੋ ਕੇ ਨਿਰਬਲ ਹੋ ਰਹੀ ਸੀ। ਸੁਣਿਓਸ ਤੇ ਧਾਬਲੀ ਦਾ ਆਸਰਾ ਲੈ ਕੇ ਉੱਠਣ ਲੱਗੀ ਤਾਂ ਸਾਧੂ ਨੇ ਕਿਹਾ, ਕਿਉਂ ਮਾਤਾ, ਅੱਜ ਉਮਰਾਂ ਦੀ ਸਿੱਖ ਪੂਰੀ ਹੋ ਗਈ? ਪਰ ਜੱਸੀ ਨੇ ਜਵਾਬ ਨਾ ਦਿੱਤਾ ਤੇ ਸੀਸ ਨਵਾ ਕੇ ਆ ਗਈ। ਅਯੁੱਧਿਆ ਪ੍ਰਵੇਸ਼ ਤੋਂ ਮਗਰੋਂ ਲੀਲਾ ਸਮਾਪਤ ਹੋ ਗਈ, ਪਰੰਤੂ ਲੋਕਾਂ ਨੇ ਲੀਲਾ ਵਾਲਿਆਂ ਨੂੰ ਮੁੜ ਕਿਹਾ ਕਿ ਨਵੇਂ ਸਿਰੇ ਲੀਲਾ ਪਵੇ, ਕਿਉਂਕਿ ਸਾਰਾ ਰੰਗ ਬਹੁਤ ਪ੍ਰਬੀਨਤਾ ਨਾਲ ਹੁੰਦਾ ਸੀ ਤੇ ਅਸਰ ਕਰਦਾ ਸੀ। ਲੋਕੀ ਫੇਰ ਵੇਖਣਾ ਚਾਹੁੰਦੇ ਸਨ। ਸੋ ਲੀਲਾ ਮੁੜ ਪੈਣ ਲੱਗ ਪਈ। ਜੱਸੀ ਵੀ ਜਾਂਦੀ ਰਹੀ। ਉਹ ਸਦਾ ਆਪ ਵਿੱਚ ਦੋਸ਼ ਦੇਖਦੀ ਸੀ ਤੇ ਚਾਹੁੰਦੀ ਸੀ ਕਿ ਖਬਰੇ ਮੇਰੀ ਕਸਰ ਹਟੇ ਤਾਂ ਦਰਸ਼ਨ ਹੋਣ। ਪਰ ਜਿੰਨੀ ਵੇਰੀ ਉਸ ਨੂੰ ਮਹਾਤਮਾ ਨੇ ਆਵੇਸ਼ ਦਾ ਸਮਾਂ ਦੱਸਿਆ, ਉਨੀ ਵੇਰ ਹੀ ਜੱਸੀ ਮਨੋ ਮਨ ਬਿਨੈ ਵਿੱਚ ਗਈ। ਪਰ ਕਦੇ ਲੀਲਾ ਪਾ ਰਹੇ ਤੇ ਰਾਮ ਬਣੇ ਹੋਏ ਪਾਤਰ ਨੇ ਅੰਤਰਯਾਮਤਾ ਨਾਲ ਜੱਸੀ ਦੀ ਬੇਨਤੀ ਨਾ ਸੁਣੀ। ਜੱਸੀ ਨੇ ਮਾਇਆ ਵੀ ਕਈ ਵੇਰ ਭੇਟ ਕੀਤੀ, ਸਾਧੂ ਨੂੰ ਵੀ ਮਾਇਆ ਦਿੱਤੀ, ਰਾਮ ਜੀ ਦਾ ਸਰੂਪ ਬਣਨ ਵਾਲੇ ਪਾਤਰ ਨੂੰ ਘਰ ਸੱਦ ਕੇ ਵੀ ਸਤਿਕਾਰ ਕੀਤਾ ਤੇ ਮਾਇਆ ਦਿੱਤੀ। ਪਰ ਇਹ ਗੱਲ ਨਾ ਸਿਰੇ ਚੜੀ ਕਿ ਜੱਸੀ ਨੂੰ ਉਸ ਦੇ ਅੰਤਰਯਾਮੀ ਹੋਣ ਦਾ ਨਿਸ਼ਚਾ ਹੋ ਜਾਏ। ਅੰਤ ਹਾਰ ਕੇ ਉਸ ਨੇ ਜਾਣਾ ਛੱਡ ਦਿੱਤਾ ਤੇ ਸਾਧੂ ਨੂੰ ਪਤਾ ਲੱਗ ਗਿਆ ਕਿ ਇਹ ਇਸਤਰੀ ਹੋਸ਼ ਵਾਲੀ ਹੈ ਤੇ ਇੱਕ ਪੈਰ ਤਾਂ ਚੁੱਕਦੀ ਹੈ ਜੇ ਅਗਲਾ ਟਿਕਾ ਲੈਂਦੀ ਹੈ। ਇਸ ਨੇ ਸਹੀ ਕਰ ਲਿਆ ਹੈ ਕਿ ਇਹਨਾਂ ਲੀਲਾ ਦੇ ਸਰੂਪਾਂ ਵਿੱਚ ਜੋ ਆਵੇਸ਼ ਦੀ ਕਥਾ ਹੈ ਸੋ ਠੀਕ ਨਹੀਂ। ਤੇ ਜਾਂਗਲੀ ਧਾਬਲੀ ਨੇ ਤਾਂ ਸਾਧੂ ਨੂੰ ਕਹਿ ਹੀ ਦਿੱਤਾ ਸੀ, ਭਾਈ ਰਾਮ ਨੂੰ ਕੋਈ ਅਵਤਾਰ ਮੰਨੇ, ਕੋਈ ਦੇਵਤਾ, ਕੋਈ ਧਰਮੀ ਰਾਜਾ ਮੰਨੇ ਕਿ ਮਹਾਤਮਾ ਆਪੋ ਆਪਣੀ ਭਾਵਨਾ ਹੈ, ਪਰ ਜੇ ਤੁਹਾਡੇ ਬਣਾਏ ਸਰੂਪ ਵਿੱਚ ਰਾਮ ਜੀ ਦੀ ਆਤਮਾ ਪ੍ਰਵੇਸ਼ ਕਰਦੀ ਹੈ ਤਾਂ ਉਹ ਭਜਨ ਵਿੱਚ ਲੀਨ ਕਿਉਂ ਨਹੀਂ ਹੋ ਜਾਂਦਾ? ਉਸ ਪਾਸੋਂ ਫਿਰ ਲੀਲਾ ਕਿਸ ਤਰ੍ਹਾਂ ਪਾਈ ਜਾਂਦੀ ਹੈ ਜਦ ਰਾਮ ਜੀ ਦੇ ਸਪਰਸ਼ ਨਾਲ ਇੱਕ ਪਥਰਾਈ ਇਸਤਰੀ ਜੀਉ ਪੈਂਦੀ ਹੈ ਤਾਂ ਆਵੇਸ਼ ਨਾਲ ਇਹ ਰਾਮ ਰੂਪ ਕਿਉਂ ਨਹੀਂ ਹੋ ਗਿਆ? ਜੱਸੀ ਵੰਨੇ ਤੱਕ ਕੇ ਦੇਖ ਮੇਰੀ ਸੁਆਣੀ, ਫੌਲਾਦ ਨਾਲ ਚੁੰਬਕ ਛੋਹੇ ਕਿ ਰਗੜੇ, ਤਾਂ ਮੈਂ ਸੁਣਿਆ ਹੈ ਕਿ ਫੌਲਾਦ ਚੁੰਬਕ ਹੋ ਜਾਂਦਾ ਹੈ ਨਾ। ਜੱਸੀ ਉਸ ਦੀ ਮੋਟੀ ਪਰ ਸਧਾਰਨ ਅਕਲ ਦੀ ਗੱਲ ਉੱਤੇ ਖੁਸ਼ ਹੋ ਹੱਸ ਪਈ। ਜੱਸੀ ਦੀ ਲਗਨ ਹੁਣ ਇਉਂ ਪ੍ਰਸਿੱਧ ਹੋ ਗਈ ਜਿਵੇਂ ਕੁਝ ਸਮੇਂ ਬਾਅਦ ਮੀਰਾਬਾਈ ਦੀ ਲਗਨ ਪ੍ਰਸਿੱਧ ਹੋਈ ਸੀ। ਲੱਗੇ ਅਨੇਕਾਂ
ਮਤਾਂ ਮਤਾਂਤਰਾਂ ਦੇ ਸੰਤ ਆਉਣ ਜਾਣ। ਜੱਸੀ ਆਪਣੀ ਲੋੜ ਦੀ ਪੂਰਨਤਾ ਦੇ ਸ਼ੌਂਕ ਵਿੱਚ ਸਭ ਨੂੰ ਮਿਲ ਲੈਂਦੀ। ਭਗਤ ਜਨ ਇਸ ਦੀ ਪੂਜਾ ਦੇਖਦੇ ਤੇ ਭਜਨ ਸੁਣਦੇ ਤਾਸੀਰ ਵਾਲੇ, ਤੇ ਇਸ ਦੀ ਭਗਤੀ ਤੇ ਅਸ਼ ਕਰ ਉੱਠਦੇ। ਪਰ ਇਸ ਨੇ ਆਪਣੇ ਅੰਦਰ ਇੱਕ ਪਾਰਖੂ ਕਸਵੱਟੀ ਬਣਾ ਰੱਖੀ, ਪੁਰਖਾਂ ਨੂੰ ਪਛਾਣਨ ਦੀ। ਉਸ ਤੋਂ ਪਰਖੇ ਹਰੇਕ ਨੂੰ, ਤੇ ਉਸ ਦੀ ਕਸਵੱਟੀ ਤੇ ਉਸ ਨੂੰ ਵਾਂਛਿਤ ਰਾਮ ਨਾ ਦਿਸਾਵੇ। ਇੱਕ ਵੇਰ ਕਿਸੇ ਡਾਢੇ ਚਾਤੁਰ ਨੇ ਉਸ ਦੇ ਵਿਸ਼ਵਾਸ ਤੋਂ ਆਪਣੇ ਆਪ ਨੂੰ ਲਾਭਵੰਦ ਬਣਾਉਣ ਦਾ ਬਹੁਤ ਚਲਾਕੀ ਦਾ ਕੌਤਕ ਕੀਤਾ। ਉਸ ਨੇ ਦੱਸਿਆ ਕਿ ਇਹ ਜੋ ਮੂਰਤੀਆਂ ਹਨ, ਮੂਰਤੀਆਂ ਵਿੱਚ ਫਰਕ ਹੈ। ਜੋ ਮੂਰਤੀ ਕਿਸੇ ਰਾਮ ਭਗਤ ਨੇ ਆਪਣੇ ਨੈਣ ਜਲ ਸਿੰਚ ਕੇ ਬਣਾਈ ਹੈ, ਉਹ ਮੂਰਤੀ ਭਗਤੀ ਦੀ ਤੀਖਣਤਾ ਤੇ ਤੀਬਰਤਾ ਦੇ ਤਾਉ ਨਾਲ ਪ੍ਰਾਣਾਯਾਮ ਹੋ ਜਾਂਦੀ ਹੈ ਤੇ ਠਾਕੁਰ ਦਾ ਸਾਖਿਆਤਕਾਰ ਹੋ ਜਾਂਦਾ ਹੈ। ਪੈਸੇ ਲੈ ਕੇ ਪਥੇਰੇ ਦੀ ਘੜੀ ਮੂਰਤੀ ਵਿੱਚ ਇਹ ਗੁਣ ਨਹੀਂ ਹੁੰਦਾ। ਜੱਸੀ ਇਸ ਤੇ ਵੀ ਅਮੰਨਾ ਕਰ ਬੈਠੀ। ਇਸ ਆਦਮੀ ਨੇ ਦੱਸਿਆ ਕਿ ਵਿਜੈ ਦਸ਼ਮੀ ਦੀ ਰਾਤ ਮੇਰੀ ਰਾਮ ਮੂਰਤੀ ਜੋ ਐਸੀ ਹੈ ਬੋਲ ਪੈਂਦੀ ਹੈ ਤੇ ਵਰਦਾਨ ਦਿੰਦੀ ਹੈ। ਜੋ ਪੁੱਛੋ ਉਸ ਦਾ ਉੱਤਰ ਵੀ ਦਿੰਦੀ ਹੈ। ਵਿਜੈ ਦਸ਼ਮੀ ਤੱਕ ਉਤਾਵਲੀ ਹੋ ਉਡੀਕ ਕੀਤੀ ਜੱਸੀ ਨੇ। ਜਦੋਂ ਦਿਨ ਆਇਆ, ਜੱਸੀ ਗਈ ਠੀਕ ਵੇਲੇ ਸਿਰ ਤੇ ਧਾਵਲੀ ਨਾਲ ਗਈ। ਉਸ ਨੇ ਪਰ ਨਾ ਜਾਣ ਦਿੱਤੀ ਆਪਣੀ ਸੁਆਮਣ ਇਕੱਲੀ। ਉੱਥੇ ਜਾ ਕੇ ਜੱਸੀ ਬੈਠ ਗਈ ਆਰਾਧਨਾ ਕਰਨ ਮੂਰਤੀ ਦੇ ਸਾਹਮਣੇ ਸ਼ਰਧਾ ਧਾਰ ਕੇ। ਤਾੜੀ ਲਾ ਕੇ ਬੈਠਿਆਂ ਅਚਾਨਕ ਇੱਕ ਆਵਾਜ਼ ਆਈ, ਕੜਕ ਕਰਕੇ ਧਮਾਕੇ ਦੀ। ਨੈਣ ਜੁੜ ਗਏ ਜਿਨ੍ਹਾਂ ਦੇ ਖੁੱਲ੍ਹੇ ਸਨ ਤੇ ਖੁੱਲ੍ਹ ਗਏ ਜਿਨ੍ਹਾਂ ਦੇ ਬੰਦ ਸਨ, ਪਰ ਫੇਰ ਮਿਟ ਗਏ ਉਹਨਾਂ ਦੇ ਵੀ। ਅੰਦਰ ਧੂਆਂ ਜਿਹਾ ਹੋ ਗਿਆ, ਫੇਰ ਉੱਜਲ ਚਾਨਣਾ ਚਮਕ ਪਿਆ। ਮੂਰਤੀ ਦੇ ਨੈਣ ਹਿੱਲੇ ਤੇ ਆਵਾਜ਼ ਆਈ, ਆਹੋ ਭਗਤ ਜਨ, ਮਾਂਗੋ ਵਰਦਾਨ, ਮਾਂਗੋ ਦੇਣੇ ਆਏ हैं। वर ਬਰੂ ਵਰੰ ਬਰੂ। ਜੱਸੀ ਨੇ ਡਿੱਠਾ, ਮੂਰਤ ਉਹ ਹੈ ਜੋ ਖੜੀ ਸੀ ਪਰ ਬੋਲਦੀ ਹੈ ਤੇ ਕਹਿੰਦੀ ਹੈ ਵਰੰ ਬਰੂ। ਧਾਂਬਲੀ ਤੱਕ ਰਹੀ ਸੀ ਪਰ ਕਿਸੇ ਹੋਰ ਨਜ਼ਰ ਨਾਲ। ਹੌਲੇ ਜਿਹੇ ਸਵਾਮਣ ਦੇ ਕੰਨਾਂ ਵਿੱਚ ਕਹਿੰਦੀ ਹੈ, ਉੱਚੀ ਨਾ ਮੰਗੀ, ਮਨ ਵਿੱਚ ਮੰਗੀ। ਜੱਸੀ ਅੱਗੇ ਹੀ ਮਨ ਵਿੱਚ ਬਿਨੈ ਕਰ ਰਹੀ ਸੀ ਕਿ ਹੇ ਭਗਵਾਨ, ਹੇ ਠਾਕੁਰ, ਮੇਰੀ ਮੂਰਤੀ ਵਿੱਚ ਵੀ ਪ੍ਰਵੇਸ਼ ਕਰੋ, ਮੈਂ ਨਿਤ ਦਰਸ਼ਨ ਪਾਇਆ ਕਰਾਂ। ਹੇ ਰਾਮ, ਮੇਰੀ ਹੋਰ ਕੋਈ ਜਾਚਨਾ ਨਹੀਂ। ਜੇ ਆਪ ਇੱਥੇ ਪ੍ਰਗਟ ਹੋ ਤਾਂ ਉੱਥੇ ਵੀ ਪ੍ਰਗਟ ਹੋ ਸਕਦੇ ਹੋ। ਮੈਨੂੰ ਆਪਣੇ ਭਗਤ ਨੂੰ ਮਥਾਜ ਨਾ ਕਰੋ ਹੋਰਨਾਂ ਦਾ। ਆਪਣੀ ਚੇਰੀ ਜਾਣ ਕੇ ਮੇਰੇ ਆਪਣੇ ਗ੍ਰਹਿ ਆਓ। ਮੈਨੂੰ ਨਿਤ ਨਿਤ ਦਰਸ਼ਨ ਦਿਓ, ਕਦੇ ਕਦੇ ਦਿਓ, ਪਰ ਦਿਓ ਮੇਰੀ ਪੂਜੀ ਗਈ ਮੂਰਤੀ ਵਿੱਚ। ਜੱਸੀ ਇਸ ਬੇਨਤੀ ਵਿੱਚ ਦਿਲੋਂ ਨਿਮਗਨ ਹੋ ਰਹੀ ਸੀ। ਉਸ ਨੇ ਉੱਚੀ ਕੁਛ ਨਾ ਮੰਗਿਆ ਜਿਸ ਨੂੰ ਪੁਜਾਰੀ ਸੁਣ ਸਕਦਾ। ਉਸ ਜਾਤਾ ਕਿ ਮੂਰਤੀ ਦੇ ਤੇਜ ਪ੍ਰਭਾਵ ਕਰਕੇ ਮਾਤਾ ਮੂਰਛਤ ਹੋ ਗਈ ਹੈ, ਸੋ ਹਿਲਾ ਕੇ ਜਗਾਉਣ ਲੱਗਾ। ਜਦ ਮਾਈ ਨੇ ਨੈਣ ਖੋਲੇ ਤਾਂ ਕਹਿਣ ਲੱਗਾ, ਮਾਤਾ ਦੇਖ ਦਰਸ਼ਨ, ਪ੍ਰਤੱਖ ਦਰਸ਼ਨ, मांग मन की मुराद, तेरी भक्ति परवान भई है। देखो प्रतख ठाकुर कह रहे हैं वरंग ब्रू वरंग ब्रू। हुण जस्सी ने जो किसे दा भी जी दुखा के राजी नहीं सी, आख्या हे राम दे दर्शन। दर्शन दर्शन सदा दर्शन, तेरा दिया होर सब कुछ है, दे दर्शन दे दर्शन। मूर्ति तो आवाज आई, तथास्तु तथास्तु तथास्तु, ऐसा ही होवे ऐसा ही होवे ऐसा ही होवे। जस्सी समझी कि मूर्ति तो मूर्तिमान होया, देव अजे होर कहेगा तथास्तु कि अचानक उसे तरह का धमाका फेर होया। धुआं जिहा हो के फेर चानना पै गया। हुण ਉਹ मूर्ति सी पाखाण दी मूर्ति। जस्सी ने माया भेट की, फिर नमस्कार की ते टुर आई। घर जाके लगी फिर वो अपने नित दे पूजन विच। ये नेम तां उसने छड्डिया ही नहीं सी।
ਹੁਣ ਰੋਜ਼ ਉਡੀਕਾਂ ਕਰੇ ਕਿ ਮੇਰੀ ਮੂਰਤੀ ਵੀ ਬੋਲਦੀ ਹੈ ਕਿਸੇ ਦਿਨ। ਵਰਜੂ ਹੋਇਆ ਸੀ, ਪਰ ਉਹ ਮੂਰਤੀ ਨਾ ਬੋਲੀ। ਉਸ ਮੰਦਰ ਦਾ ਪੁਜਾਰੀ ਫੇਰ ਕਈ ਵਾਰ ਆਇਆ ਕਿ ਚਲੋ ਦਰਸ਼ਨ ਕਰੋ, ਸਾਨੂੰ ਦਰਸ਼ਨ ਦਾ ਵਰ ਮਿਲਿਆ ਹੈ, ਪਰ ਜੱਸੀ ਫੇਰ ਨਾ ਗਈ ਤੇ ਉਹ ਕਹਿ ਛੱਡਿਆ ਕਿ ਠਾਕੁਰ ਦਾ ਉਹ ਇੱਕੋ ਦਰਸ਼ਨ ਬਸ ਹੈ। ਜੱਸੀ ਇਸ ਤਰ੍ਹਾਂ ਦੇ ਕਈ ਕੌਤਕ ਲੋਕਾਂ ਦੇ ਦੇਖਦੀ ਰਹੀ। ਇੱਕ ਵੇਰ ਇੱਕ ਤ੍ਰੀਮਤ ਆਈ ਤੇ ਕਹਿਣ ਲੱਗੀ, ਮਾਤਾ ਤੂੰ ਸਿਆਣੀ ਹੋ ਕੇ ਕਿੱਥੇ ਫਸੀ ਪਈ ਹੈ? ਮੂਰਤੀਆਂ ਵਿੱਚ ਕਦੇ ਜਿੰਦ ਪਈ ਹੈ? ਤੂੰ ਕੋਈ ਸਜਿੰਦ ਬੀਤ ਰਾਗ ਸਾਧੂ ਟੋਲ। ਰਾਮ ਆਪਣੇ ਭਗਤਾਂ ਵਿੱਚ ਰਹਿੰਦਾ ਹੈ, ਕ੍ਰਿਸ਼ਨ ਆਪਣੇ ਭਗਤਾਂ ਵਿੱਚ ਰਹਿੰਦਾ ਹੈ। ਜੋ ਪੂਰਨ ਪ੍ਰੇਮ ਵਿੱਚ ਨਿਮਗਨ ਹੋ ਗਏ ਹਨ, ਉਹਨਾਂ ਵਿੱਚ ਭਗਵਾਨ ਦਾ ਨਿਵਾਸ ਹੋ ਜਾਂਦਾ ਹੈ। ਉਹਨਾਂ ਦੀ ਸੇਵਾ ਪੂਜਾ ਨਾਲ ਉਹਨਾਂ ਵਿੱਚੋਂ ਭਗਵਾਨ ਮਿਲਦਾ ਹੈ। ਕੋਈ ਐਸਾ ਲੱਭ ਤੇ ਉਸ ਨੂੰ ਗੁਰੂ ਧਾਰਨ ਕਰ। ਦੇਖ, ਦੱਤਾਤਰੇय ਨੇ 24 ਗੁਰੂ ਧਾਰਨ ਕੀਤੇ ਸਨ ਤੇ ਤੂੰ ਇੱਕ ਵੀ ਨਹੀਂ ਕੀਤਾ। ਜੱਸੀ ਨੂੰ ਸੋਚ ਪੈ ਗਈ ਕਿ ਗੱਲ ਠੀਕ ਹੈ, ਪਰ ਸੋਚਿਓ ਸੂ ਕਿ ਗੱਲ ਕੁਝ ਖਤਰੇ ਵਾਲੀ ਵੀ ਹੈ। ਪਰ ਉਸ ਮਾਈ ਦਾ ਤਿਰਸਕਾਰ ਨਾ ਕੀਤੋਸ। ਇਹ ਮਾਈ ਆਉਂਦੀ ਜਾਂਦੀ ਰਹੀ ਤੇ ਇਸ ਨੇ ਇੱਕ ਮਹਾਤਮਾ ਦੀ ਉਪਮਾ ਕਰ ਕਰਕੇ ਜੱਸੀ ਦੀ ਸ਼ਰਧਾ ਉਸ ਪਰ ਟਿਕਾ ਹੀ ਦਿੱਤੀ। ਪਹਿਲੇ ਤਾਂ ਜੱਸੀ ਦਰਸ਼ਨਾਂ ਨੂੰ ਉਹਨਾਂ ਦੇ ਟਿਕਾਣੇ ਆਪ ਗਈ, ਫਿਰ ਉਹ ਵੀ ਕਦੇ-ਕਦੇ ਜੱਸੀ ਦੇ ਘਰ ਆਏ। ਗੱਲਬਾਤ ਉਹਨਾਂ ਦੀ ਚਤੁਰਤਾ ਦੀ ਸੀ। ਸ਼ਾਸਤਰ ਪੜ੍ਹੇ ਸਨ, ਕੁਛ ਦੋ ਇੱਕ ਕਿਰਿਆ ਯੋਗ ਦੀਆਂ ਦੇ ਵੀ ਜਾਣੂ ਸੇ। ਹੌਲੀ ਹੌਲੀ ਜੱਸੀ ਭਤੀਜ ਗਈ, ਪਰ ਧਾਵਲੀ ਇੱਕ ਅਚਰਜ ਜਾਂਗਲੀ ਜਨਾਨੀ ਸੀ। ਉਹ ਬਰੀਕੀਆਂ ਭਾਵੇਂ ਨਹੀਂ ਸੀ ਜਾਣਦੀ, ਪਰ ਸਿੱਧੀ ਤੇ ਸਧਾਰਨ ਅਕਲ ਉਸ ਦੀ ਬੜੀ ਸਾਫ਼ ਸੀ। ਉਸ ਨੂੰ ਸੁਆਮਣ ਦੀ ਸਲਾਮਤੀ ਦਾ ਤੌਖਲਾ ਹਰ ਵੇਲੇ ਰਹਿੰਦਾ ਸੀ। ਉਸ ਨੂੰ ਭਰਮ ਪੈਣ ਲੱਗਾ ਕਿ ਇੱਥੇ ਕੁਛ ਮਾਇਆ ਦੀ ਖੇਡ ਹੈ। ਮਹਾਤਮਾ ਤੇ ਮਹਾਂਪੁਰਖ ਤਾਂ ਜਗਤ ਵਿੱਚ ਹੋਣੇ ਲੋੜੀਏ ਤੇ ਹੈਣ ਵੀ, ਪਰ ਇਹ ਆਪ ਆਪਣੀ ਪ੍ਰਸਿੱਧੀ ਲਈ ਦੂਤ ਘੱਲਣੇ ਜ਼ਰੂਰ ਬਨਾਵਟ ਦੀ ਗੱਲ ਹੈ। ਇਸ ਕਰਕੇ ਧਾਵਲੀ ਖੋਜ ਵਿੱਚ ਲੱਗੀ ਰਹੀ। ਜੱਸੀ ਨੂੰ ਜਦੋਂ ਭਰੋਸਾ ਬੱਝ ਖੜੋਤਾ ਤਾਂ ਉਸ ਮਹਾਤਮਾ ਨੇ ਐਉਂ ਪੈਂਤੜਾ ਬਦਲਣਾ ਆਰੰਭਿਆ ਕਿ ਜਿਸ ਨਾਲ ਅੰਤ ਜੱਸੀ ਨੂੰ ਇਹ ਸਿਦਕ ਹੋ ਜਾਏ, ਇਹ ਮਹਾਤਮਾ ਹੀ ਈਸ਼ਵਰ ਹੈ। ਹੋਰ ਈਸ਼ਵਰ ਕੋਈ ਨਹੀਂ, ਇਹੀ ਰਾਮ ਹੈ, ਹੋਰ ਰਾਮ ਕੋਈ ਨਹੀਂ। ਜਦੋਂ ਇਹਨਾਂ ਨੂੰ ਆਪਣੇ ਥਾਂ ਤਸੱਲੀ ਹੋ ਗਈ ਕਿ ਜੱਸੀ ਨੂੰ ਭਰੋਸਾ ਬੱਝ ਗਿਆ ਹੈ, ਤਾਂ ਇੱਕ ਦਿਨ ਇਹ ਸਫੁੱਟ ਹੋ ਪਏ ਤੇ ਕਹਿਣ ਲੱਗੇ, ਜੱਸਾਂ ਦੇਖ, ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਕਿ ਸਾਰੇ ਧਰਮ ਤਿਆਗ ਦੇ, ਕੇਵਲ ਇੱਕ ਮੇਰੀ ਸ਼ਰਨ ਲੈ। ਤੂੰ ਫਿਰ ਮੈਨੂੰ ਸਦਾ ਪ੍ਰਾਪਤ ਹੋਵੇਂਗਾ ਤੇ ਮੇਰੇ ਪਾਸ ਰਹੇਂਗਾ। ਹੁਣ ਸੋਚ ਜੱਸਾਂ, ਜੇ ਤੂੰ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲਵੇਂ, ਜਿਸ ਦੀ ਕਿ ਅਰਜਨ ਨੇ ਲਈ ਸੀ, ਤਾਂ ਉਹ ਕ੍ਰਿਸ਼ਨ ਤਾਂ ਹੁਣ ਵਿਅਕਤ ਹੈ। ਉਹ ਹੁਣ ਕ੍ਰਿਸ਼ਨ ਤੇ ਨਹੀਂ ਕਿ ਜੋ ਦੇਹ ਵਾਲਾ ਹੋ ਕੇ ਅਰਜਨ ਦੇ ਪਾਸ ਬੈਠਾ ਸੀ। ਉਸ ਵੇਲੇ ਕ੍ਰਿਸ਼ਨ ਸੰਦੇਹ ਸੀ ਤੇ ਆਪਣੀ ਰਸਨਾ ਨਾਲ ਕਹਿ ਰਿਹਾ ਸੀ, ਮੇਰੀ ਸ਼ਰਨ ਲੈ। ਉਹ ਕ੍ਰਿਸ਼ਨ ਬੋਲਦਾ ਸੀ, ਸੁਣਦਾ ਸੀ, ਜਵਾਬ ਦਿੰਦਾ ਸੀ, ਖਾਂਦਾ ਪੀਂਦਾ ਸੀ। ਹੁਣ ਉਹ ਕ੍ਰਿਸ਼ਨ ਅਵਿਅਕਤ ਰੂਪ ਵਿੱਚ ਹੈ ਤੇ ਹੁਣ ਜੋ ਉਸ ਕ੍ਰਿਸ਼ਨ ਦੀ ਸ਼ਰਨ ਲੈਣਗੇ, ਉਹ ਅਵਿਅਕਤ ਦੀ ਸ਼ਰਨ ਲੈਣਗੇ, ਜਿਨ੍ਹਾਂ ਬਾਬਤ ਉੱਥੇ ਹੀ ਕ੍ਰਿਸ਼ਨ ਨੇ ਕਿਹਾ ਹੈ ਕਿ ਹੇ ਅਰਜਨ, ਕਠਨ ਹੈ ਰਸਤਾ ਉਹਨਾਂ ਦਾ ਜੋ ਅਵਿਅਕਤ ਦੀ ਸ਼ਰਨ ਲੈਂਦੇ ਹਨ। ਸੋ ਹੁਣ ਤੂੰ ਆਪਣੇ ਇਸ਼ਟ ਦੇਵ ਬਾਬਤ ਸੋਚ ਸਮਝ ਲੈ ਕਿ ਭੀਲਣੀ ਨੂੰ ਤਾਰਨ ਵਾਲਾ ਰਾਮ ਤਾਂ ਹੁਣ ਅਵਿਅਕਤ ਹੈ। ਉਹ ਸਰੀਰ ਧਾਰੀ ਰਾਮ ਭੀਲਣੀ ਦੇ ਬੇਰ ਖਾ ਲੈਣ ਵਾਲੇ ਰੂਪ ਵਿੱਚ ਨਹੀਂ ਹੈ। ਜੱਸੀ ਮਾਨੋ ਸੁੱਤੀ ਜਾਗ ਕੇ ਤਾਂ ਭਗਵਾਨ ਤਤਪਰਜ ਕੀ ਹੋਇਆ। ਮਹਾਤਮਾ, ਇਹ ਕਿ ਕਿਸੇ ਸੰਦੇਹ ਆਤਮਾ ਨੂੰ ਕ੍ਰਿਸ਼ਨ ਸਮਝ ਕੇ ਜਾਂ ਆਪਣੀ ਸ਼ਰਧਾ ਮੂਜਬ ਰਾਮ ਸਮਝ ਕੇ ਉਸ ਦੀ ਸ਼ਰਨ ਲਈ ਜਾਵੇ। ਉਸ ਦੀ ਸ਼ਰਨ ਸ੍ਰੀ ਕ੍ਰਿਸ਼ਨ ਜੀ ਦੀ ਸ਼ਰਨ ਹੈ, ਸ੍ਰੀ ਰਾਮ ਜੀ ਦੀ ਸ਼ਰਨ ਹੈ। ਹੋਰ ਜੱਸੀ, ਰਾਮ ਤਾਂ ਸਾਖਸ਼ਾਤ ਅਵਤਾਰ ਹਨ ਰੱਬ ਦਾ, ਤੇ ਕ੍ਰਿਸ਼ਨ ਤਾਂ ਉਹ ਮੇਰਾ ਇਸ਼ਟ ਨਹੀਂ ਹਨ। ਮੈਨੂੰ ਨਹੀਂ ਪਤਾ ਇਹਨਾਂ ਦੀ ਵਡਿੱਤ ਦਾ। ਮਹਾਤਮਾ, ਸਾਨੂੰ ਦੋਏ ਇੱਕ ਹਨ। ਤੁਸੀਂ ਆਪਣੇ ਇਸ਼ਟ ਪਰ ਟਿਕੇ ਰਹੋ, ਪਰ ਰਾਮ ਵੀ ਹੁਣ ਅਵਿਅਕਤ ਹੈ। ਕਿਸੇ ਵਿਅਕਤੀ ਵਾਲੇ ਵਿੱਚ ਰਾਮ ਬੁੱਧੀ ਧਾਰਨ ਕਰੋ। ਜੱਸੀ, ਤੇ ਉਹ ਰਾਮ ਫੇਰ
ਇਸ ਤਰ੍ਹਾਂ ਮਿਲਣਗੇ। ਮਹਾਤਮਾ ਦੇ ਸਰੀਰ ਵਿੱਚ ਰਾਮ ਕ੍ਰਿਸ਼ਨ ਸਾਰੇ ਵਿਆਪਕ ਹਨ। ਧਾਵਲੀ ਸੁਣਦੀ ਸੀ, ਠੰਡਾ ਸਾਹ ਲੀਤੋ ਤੇ ਹੱਸ ਕੇ ਬੋਲੀ, ਸੁਆਮਨ, ਮੇਰਾ ਰਾਮ ਤਾਂ ਫੇਰ ਤੂੰ ਹੈ। ਮੈਂ ਤੇਰੀ ਸ਼ਰਨ ਲੈ ਕੇ ਰਾਮ ਨੂੰ ਪ੍ਰਾਪਤ ਹੋ ਗਈ ਹਾਂ। ਮਹਾਤਮਾ, ਤੂੰ ਸੁਆਮ ਭਗਤ ਹੈ, ਸ਼ਾਬਾਸ਼। ਜੱਸੀ, ਅੱਛਾ ਮਹਾਰਾਜ, ਫੇਰ ਕੋਈ ਕਲਾ ਵਰਤਾਓ ਕਿ ਮੇਰੇ ਅੰਦਰੋਂ ਲਗਨ ਨਿਕਲ ਜਾਵੇ ਤੇ ਕਿਸੇ ਦੇਹਧਾਰੀ ਉੱਤੇ ਸ਼ਰਧਾ ਆ ਜਾਵੇ ਕਿ ਇਹ ਰਾਮ ਹੈ। ਮਹਾਤਮਾ ਨੂੰ ਤਾਂ ਮੈਂ ਮੰਨਦੀ ਹਾਂ ਕਿ ਮਹਾਤਮਾ ਹੋ ਸਕਦੇ ਹਨ, ਸਤ ਸੰਗ ਵੀ ਸੁਖਦਾਈ ਹੈ ਉਹਨਾਂ ਦਾ, ਪਰ ਉਹੀ ਹਨ ਰਾਮ, ਉਹੀ ਹਨ ਕ੍ਰਿਸ਼ਨ। ਜੋ ਸੇ ਰਾਮ ਤੇ ਜੋ ਸੇ ਕ੍ਰਿਸ਼ਨ ਤੇ ਫੇਰ ਕੋਈ ਈਸ਼ਵਰ ਨਹੀਂ ਉਹਨਾਂ ਤੋਂ ਛੁੱਟ। ਇੱਥੇ ਅਜੇ ਮਨ ਨਹੀਂ ਆਉਂਦਾ, ਕਸਰ ਹੋਊ ਮੇਰੇ ਵਿੱਚ, ਆ ਜਾਊ ਮਨ ਇੱਥੇ ਕਿਸੇ ਦਿਨ। ਮਹਾਤਮਾ, ਇਹਨਾਂ ਆਪਣੀ ਵੱਲ ਇਸ਼ਾਰਾ ਕਰਕੇ ਚਰਨਾਂ ਦਾ ਪ੍ਰੇਮ ਬਣਿਆ ਰਿਹਾ ਤਾਂ ਤੁਸਾਂ ਦਾ ਭਰਮ ਨਿਵਰਤ ਹੋ ਜਾਏਗਾ ਕਿ ਕੋਈ ਹੋਰ ਰਾਮ ਨਹੀਂ ਹੈ ਸਿਵਾ ਇਸ ਸਾਮਰਤਕ ਸੰਦੇਹ ਰਾਮ ਮੂਰਤੀ ਦੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਕੁਛ ਚਿਰ ਮਗਰੋਂ ਮਹਾਤਮਾ ਚਲੇ ਗਏ। ਅੱਜ ਜੱਸੀ ਦੇ ਜੀਵਨ ਵਿੱਚ ਇੱਕ ਬੜਾ ਫਰਕ ਆਇਆ। ਉਹ ਕਿਸੇ ਚਿੰਤਾ ਵਿੱਚ ਗਈ, ਕਿਸੇ ਦੁਚਿੱਤੀ ਵਿੱਚ ਪੈ ਗਈ। ਜੋ ਕਦਮ ਮਹਾਤਮਾ ਅੱਜ ਚਾਹ ਗਏ ਸਨ, ਉਹ ਸਮਝਦੇ ਸਨ ਕਿ ਪੱਕਾ ਹੈ, ਪਰ ਉਸ ਨਾਲ ਜੱਸੀ ਸੰਸਿਆਂ ਦੀ ਨੈਂ ਵਿੱਚ ਰੁੜ ਰਹੀ ਸੀ ਤੇ ਹਿੱਲ ਪਏ ਸਿਦਕ ਦੇ ਘੁੰਮਣ ਘੇਰ ਵਿੱਚ ਘੁਮਾਟੀਆਂ ਖਾ ਰਹੀ ਸੀ। ਪਰ ਥੋੜੇ ਚਿਰ ਮਗਰੋਂ ਕੀ ਦੇਖਦੀ ਹੈ ਕਿ ਧਾਵਲੀ ਬਾਜ਼ਾਰੋਂ ਫਟਕੜੀ ਲੈ ਆਈ ਤੇ ਜੱਸੀ ਦੇ ਸਿਰ ਤੋਂ ਵਾਰ ਰਹੀ ਸੀ। ਫਿਰ ਉਸ ਦੇ ਪੁੱਛਦੇ ਪਛਾਂਦੇ ਫਟਕੜੀ ਲੈ ਕੇ ਧਾਵਲੀ ਨੇ ਜਾਂ ਬਲ ਦੇ ਚੁੱਲ੍ਹੇ ਵਿੱਚ ਪਾਈ। ਹੈਰਾਨ ਹੋ ਕੇ ਜੱਸੀ ਨੇ ਪੁੱਛਿਆ, ਨਿੱਕੋ, ਕੀ ਕੀਤਾ ਈ? ਹੱਸ ਪਈ ਧਾਵਲੀ, ਤਾੜੀ ਮਾਰ ਕੇ ਕਹਿਣ ਲੱਗੀ, ਸੁਆਣੀ ਜੀ, ਤੁਸਾਂ ਨੂੰ ਨਜ਼ਰ ਲੱਗ ਗਈ ਹੈ। ਮੈਂ ਫਟਕੜੀ ਵਾਰ ਕੇ ਚੁੱਲ੍ਹੇ ਪਾਈ ਹੈ, ਜੋ ਨਜ਼ਰ ਲੈ ਜਾਵੇ ਤੇ ਨਜ਼ਰ ਲਾਉਣ ਵਾਲੇ ਦੇ ਸਿਰ ਜਾ ਪਵੇ। ਜੱਸੀ, ਮੈਂ ਕੋਈ ਬੱਚੀ ਹਾਂ ਜੋ ਨਜ਼ਰ ਲੱਗਦੀ ਹੈ, ਤੇ ਮੈਨੂੰ ਕਿਸ ਨੇ ਨਜ਼ਰ ਲਾਉਣੀ ਹੈ? ਧਾਵਲੀ, ਉਹ ਜੋ ਮਹਾਤਮਾ, ਨਾ ਮਹਾਤਮਾ ਅੱਜ ਆਇਆ ਸੀ ਤੇ ਅੱਗੇ ਵੀ ਕਈ ਵੇਰ ਆਇਆ ਹੈ। ਉਸ ਦੇ ਡੇਲੇ ਬੜੇ ਵੱਡੇ ਤੇ ਅੱਜ ਤਾਂ ਬਹੁਤ ਘੂਰ ਕੇ ਤੱਕਦਾ ਸੀ ਤੁਸਾਂ ਵੱਲ। ਉਹ ਨਜ਼ਰ ਲਾਉਂਦਾ ਰਿਹਾ ਜਿੰਨਾ ਚਿਰ ਕਿ ਉਹ ਬੈਠਾ ਰਿਹਾ, ਤੁਸਾਂ ਦੇ ਸਾਹਮਣੇ ਗੱਲਾਂ ਕਰਦਾ। ਤੁਸਾਂ ਨੂੰ ਨਜ਼ਰ ਲੱਗਦੀ ਰਹੀ ਹੈ ਉਸ ਦੀ, ਮੈਂ ਦੇਖਦੀ ਰਹੀ ਹਾਂ, ਸੱਚੀ ਮੁੱਚੀ। ਜੱਸੀ, ਉਹ ਤਾਂ ਕਹਿੰਦਾ ਸੀ ਮੈਂ ਰਾਮ ਹਾਂ। ਧਾਵਲੀ, ਭਲਾ ਜੇ ਰਾਮ ਇਹੋ ਜਿਹਾ ਹੀ ਹੈ ਤਾਂ ਉਸ ਰਾਮ ਨੂੰ ਛੱਡ ਦੇ। ਮੈਂ ਜਾਤਾ ਸੀ ਤੇਰਾ ਰਾਮ ਸੋਹਣਾ ਹੈ। ਜੇ ਉਹ ਰਾਮ ਵੀ ਨਜ਼ਰਾਂ ਟਪਾਰਾਂ ਕਰਦਾ ਹੈ ਤਾਂ ਕੀ ਲੈਣਾ ਹੀ ਉਸ ਤੋਂ, ਛੱਡ ਦੇ ਸਾਰੀ ਖੇਡ। ਜੱਸੀ ਹੁਣ ਸੋਚਾਂ ਦੇ ਘੁੰਮਣ ਘੇਰ ਵਿੱਚੋਂ ਨਿਕਲ ਆਈ ਤੇ ਹੱਸ ਪਈ, ਕਹਿਣ ਲੱਗੀ, ਧਾਵਲੀ, ਤੂੰ ਬੜੀ ਮੂੰਹ ਫੱਟ ਹੋ ਗਈ ਹੈ। ਧਾਵਲੀ, ਲੈ, ਮੈਂ ਕੋਈ ਮਾੜੀ ਗੱਲ ਆਖੀ ਹੈ? ਮੈਂ ਤਾਂ ਰਾਮ ਨੂੰ ਸੋਹਣਾ ਜਾਣਦੀ ਹਾਂ। ਭਲਾ ਜਿਸ ਨੂੰ ਸੀਤਾ ਵਰਗੀ ਸੁੰਦਰੀ ਨੇ ਵਰਿਆ, ਉਹ ਸੋਹਣਾ ਸਡੌਲ ਹੋਸੀ, ਗੋਲ ਮਿੱਠਾ। ਉਹ ਕਦੇ ਇਸ ਮਹਾਤਮਾ ਨਾ ਮਹਾਤਮਾ ਵਰਗਾ ਹੋ ਸਕਦਾ ਹੈ? ਜਿਸ ਦੇ ਨੈਣਾ ਤੋਂ ਮੈਨੂੰ ਜਾਂਗਲੀ ਨੂੰ ਅੱਜ ਡਰ ਲੱਗਦਾ ਰਿਹਾ, ਉਹ ਰਾਮ ਤਾਂ ਜ਼ਰੂਰ ਸੋਹਣਾ ਹੋਊ ਜਿਸ ਨੂੰ ਜਨਕ ਵਰਗੇ ਗਿਆਨੀ ਨੇ ਆਪਣੀ ਸਡੌਲ ਪੁੱਤਰੀ ਦਾ ਵਰ ਪ੍ਰਵਾਨ ਕੀਤਾ ਸੀ। ਹੁਣ ਸਮਝੇ ਹੋ? ਜੱਸੀ ਹੱਸ ਪਈ ਫੇਰ, ਹਾਂ ਸਮਝੀ ਹਾਂ, ਮੈਨੂੰ ਜਾਪਦਾ ਹੈ ਤੈਨੂੰ ਕੁਝ ਹੋਰ ਪਤਾ ਹੈ। ਧਾਵਲੀ, ਹਾਂ ਹੈ। ਜੱਸੀ, ਦੱਸ ਦੇ। ਧਾਵਲੀ, ਗੁੱਸੇ ਤੇ ਨਾ ਹੋਸੋ। ਤੁਸੀਂ ਉਸ ਨੂੰ ਰਾਮ ਜੋ ਜਾਣ ਲਿਆ ਏ, ਉਸ ਦੀ ਮਾੜੀ ਗੱਲ ਸੁਣ ਲਵਸੋ। ਜੱਸੀ, ਨਹੀਂ, ਗੁੱਸੇ ਨਹੀਂ ਹੁੰਦੀ। ਧਾਵਲੀ, ਜਿਹੜੀ ਮਾਈ ਉਸ ਦੇ ਗੁਣ ਗਾਉਂਦੀ ਹੈ ਇੱਥੇ ਆ ਕੇ, ਉਸ ਨੂੰ ਉਹ ਦਰਮਾਹਾ ਦਿੰਦਾ ਹੈ ਕਿ ਲੋਕਾਂ ਦੇ ਘਰੀਂ ਜਾ ਕੇ ਉਹਨਾਂ ਨੂੰ ਉਸ ਦੇ ਚੇਲੇ ਬਣਾਵੇ। ਜੱਸੀ ਤਰਬਕ ਕੇ, ਤੈਨੂੰ ਕਿਵੇਂ ਪਤਾ ਹੈ? ਧਾਵਲੀ, ਮੈਨੂੰ ਸਾਡੇ ਪੰਸਾਰੀ ਨੇ ਦੱਸਿਆ ਹੈ, ਜਿਸ ਤੋਂ ਮੈਂ ਲੂਣ ਤੇ ਗਰਮ ਮਸਾਲਾ ਲਿਆਉਂਦੀ ਹਾਂ। ਉਹ ਕਹਿੰਦਾ ਸੀ ਕਿ ਇਹ ਮਾਈ ਤੇ ਇਸ ਦਾ ਮਹਾਤਮਾ ਤੁਹਾਡੇ ਘਰ ਜਾਂਦੇ ਹਨ। ਤੁਹਾਨੂੰ ਪਤਾ ਨਹੀਂ ਕਿ ਇਹ ਇੱਕ ਦੁਕਾਨਦਾਰੀ ਹੈ। ਮਾਈ ਜੱਸੀ ਤਾਂ ਬੜੀ ਮਹਾਤਮਾ ਹੈ, ਆਪ ਨਿਰਸ਼ਲ ਸੂਧੀ ਭਗਤੀ ਭਾਵ ਨਾਲ ਭਰੀ। ਉਸ ਨੇ ਇਸ ਨੂੰ ਨਹੀਂ ਪਛਾਤਾ ਤਾਂ ਮੈਂ ਕਿਹਾ ਪਛਾਣ ਲਵੇਗੀ ਹੌਲੀ ਹੌਲੀ। ਜੱਸੀ, ਸੱਚ? ਧਾਵਲੀ, ਹਾਂ ਸੁਆਣੀ, ਸੱਚ। ਮੈਂ ਫੇਰ
ਹੋਰ ਥਿਓਂ ਵੀ ਪਤੇ ਕੀਤੇ ਹਨ। ਗੱਲ ਠੀਕ ਹੈ, ਅੱਜ ਭੈੜਾ ਜਿੰਨਾ ਚਿਰ ਬੈਠਾ ਰਿਹਾ ਹੈ ਤੈਨੂੰ ਨਜ਼ਰ ਹੀ ਲਾਉਂਦਾ ਰਿਹਾ ਹੈ। ਤਰਬਕ ਕੇ ਵੇਖਿਆ ਈ, ਹੁਣ ਤੇਰਾ ਚਿਹਰਾ ਟਹਿਕ ਆਇਆ ਹੈ, ਨਜ਼ਰ ਉਤਰ ਗਈ ਏ, ਸ਼ਾਬਾਸ਼ੇ ਮੇਰੀ ਫਟਕੜੀ ਦੇ। ਜੱਸੀ ਸਾਧਾ ਮਹਾਤਮਾ ਨੂੰ ਮਿਲਦੀ ਹੈ, ਪਰ ਹੁਣ ਕੁਝ ਸੰਕੋਚ ਅੰਦਰ ਰੱਖ ਕੇ ਮਿਲਦੀ ਹੈ। ਉਸ ਦੇ ਅੰਦਰ ਇੱਕ ਕਵੀ ਹਿਰਦੇ ਵਾਂਗ ਸੁੰਦਰਤਾ ਦਾ ਪ੍ਰਭਾਵ ਸੀ, ਜਿਸ ਨਾਲ ਰਲਿਆ ਇੱਕ ਕੁਆਰਾ ਚਾਉ ਸੀ, ਭੋਲੇ ਭਾਵ ਵਾਲਾ ਇੱਕ ਨਿਰਛਲ ਨਿਰਸੰਸੇ ਵਾਲਾ ਭਰੋਸਾ ਸੀ ਹਰ ਇੱਕ ਦੇ ਸਾਫ਼ ਤੇ ਸੱਚੇ ਹੋਣ ਦਾ। ਹੁਣ ਉਸ ਭਰੋਸੇ ਵਿੱਚ ਸੰਸੇ ਨੇ ਥਾਂ ਕਰ ਲਈ ਤੇ ਉਸ ਦੀ ਵਰਤੋਂ ਵੇਲੇ ਉਹ ਸੰਸਾ ਸੰਗ ਜਿਹੀ ਬਣ ਗਿਆ। ਪਰ ਉਹ ਅਜੇ ਆਏ ਗਏ ਸਾਧੂ ਨੂੰ ਮਿਲਦੀ ਹੈ। ਜਿਨ੍ਹਾਂ ਆਪਣੇ ਮਤ ਵਾਲਿਆਂ ਨੂੰ ਚੰਗਾ ਜਾਣਦੀ ਹੈ, ਉਹਨਾਂ ਨੂੰ ਤਾਂ ਸੰਗ ਰਹਿਤ ਦਿਲ ਨਾਲ ਮਿਲਦੀ ਹੈ, ਪਰਾਂ ਨਵਿਆਂ ਨੂੰ ਅੰਦਰ ਸੰਗ ਤੇ ਬਾਹਰ ਕੁਛ ਵਿੱਥ ਰੱਖ ਕੇ ਮਿਲਦੀ ਹੈ। ਜੱਸੀ ਨਾਲ ਐਸੇ ਵਰਤਾਓ ਕਿਉਂ ਹੁੰਦੇ ਹਨ? ਕਦੇ ਉਸ ਦੇ ਭਗਤੀ ਭਾਵ ਤੇ ਪ੍ਰੇਮ ਝੁਕਾਓ ਤੋਂ ਲਾਭ ਲੈਣ ਲਈ, ਕਦੇ ਉਸ ਨੂੰ ਮਗਰ ਲਾਉਣ ਲਈ ਕਿ ਇਸ ਦੇ ਚੇਲੀ ਬਣ ਜਾਣ ਨਾਲ ਬਹੁਤ ਹੋਰ ਚੇਲੇ ਬਣਨਗੇ, ਤੇ ਕਦੇ ਪਦਾਰਥ ਮੁੱਛਣ ਲਈ ਉਪਰਾਲੇ ਹੁੰਦੇ ਹਨ। ਚਾਹੇ ਉਹ ਬਚ ਹੀ ਜਾਂਦੀ ਰਹੀ ਹੈ, ਪਰ ਇਹ ਬਚਾਓ ਆਪਣੀ ਹੋਸ਼ ਨਾਲ ਹੁੰਦਾ ਰਿਹਾ ਹੈ। ਦੂਜੇ ਪਾਸੇ ਉਸ ਦੀ ਲਗਨ ਜਾਰੀ ਸੀ ਕਿ ਦਰਸ਼ਨ ਕਰਨੇ ਹਨ ਤੇ ਆਪਣਾ ਪੂਜਣ ਨਹੀਂ ਛੱਡਣਾ। ਮਥੁਰਾ ਦੇ ਤਦੋਂ ਦੇ ਇੱਕ ਰਾਮ ਮੰਦਰ ਵਿੱਚ ਦੱਖਣੀ ਬ੍ਰਾਹਮਣ ਰਾਮ ਰਮਨ ਮੁੱਖ ਪੁਜਾਰੀ ਸੀ। ਇਹ 24 ਘੰਟੇ ਵਿੱਚ ਆਪਣੀ ਪੂਜੇ ਮੂਰਤੀ ਦੇ ਸਰੀਰ ਕਿਰਿਆ ਦੇ ਕੌਤਕ ਕਰਦੇ ਰਹਿਣ ਵਿੱਚ ਨਿਪੁੰਨ ਸੀ। ਆਦਮੀ ਉਂਝ ਵੀ ਚੰਗਾ ਸੀ, ਆਚਰਣ ਵੀ ਪਵਿੱਤਰ ਸੀ, ਮੂਰਤੀ ਪੂਜਨ ਤੇ ਕਰਮਕਾਂਡੀ ਇਸ ਦਾ ਮਤ ਸੀ। ਜੱਸੀ ਦਾ ਇਸ ਵਿੱਚ ਵਿਸ਼ਵਾਸ ਸੀ। ਇੱਕ ਦਿਨ ਉਹ ਚੇਚੇ ਕਰਕੇ ਆਪਣੇ ਖਿਆਲ ਦੇ ਵਿਰੁੱਧ ਠਾਕੁਰ ਦੀ ਪੂਜਾ ਦਾ ਨਾਗਾ ਪਾ ਕੇ ਵੀ ਆਗਰੇ ਆਇਆ। ਆਗਰਾ ਤਦੋਂ ਅੱਜ ਵਾਲਾ ਆਗਰਾ ਨਹੀਂ ਸੀ ਤੇ ਨਾ ਤਾਜ ਮਹਿਲ ਦਾ ਰੋਜਾ ਉੱਥੇ ਬਣਿਆ ਸੀ, ਪਰ ਤਾਂ ਵੀ ਖਾਸੀ ਰੌਣਕ ਦਾ ਸ਼ਹਿਰ ਸੀ। ਰਾਮ ਰਮਨ ਮਾਈ ਦੇ ਘਰ ਆਇਆ। ਮਾਈ ਬੜੇ ਸਤਿਕਾਰ ਨਾਲ ਮਿਲੀ ਤੇ ਗੱਲਬਾਤ ਛਿੜੀ। ਉਸ ਨੇ ਸਾਰੇ ਆਪਣੇ ਤਜਰਬੇ ਸੁਣਾਏ। ਰਾਮ ਰਮਨ ਫਿਕਰ ਵਿੱਚ ਪੈ ਗਿਆ, ਫਿਰ ਕੁਝ ਹੋਰ ਸੋਚ ਵਿੱਚ ਚਲਾ ਗਿਆ। ਛੇਕੜ ਕਹਿਣ ਲੱਗਾ, ਬੀਬੀ, मूर्ति पूजा वाला जो किसी को ना मिले तो बचाओ में रहता है। हाँ हाँ, तुमको जो दर्शन की लगन है ठाकुर पूरी करे। अपने इष्ट देव के प्रेम में सावधान रहो, पर मानुक में विश्वास बुद्धिमता से करना। क्या कोई दूसरे इष्ट का भी साधु आया था? जस्सी सोच के आप दा भाव है कृष्ण उपासक तो। राम रमन राम राम राम। अपने इष्ट के बिना पर इष्ट का नाम रसना पर ना लाओ। धनुक बाण वाले को प्रेम में रहो, मुरली वाले को प्रेम में ना जाओ। जस्सी तां ओहो गल है ना? हाँ जी, आया सी एक उस मत दा आदमी। ਉਹ ਲੱਗਦਾ ਤਾਂ ਚੰਗਾ ਸੀ, ਆਖਦਾ ਸੀ ਤੇਰੇ ਵਿੱਚ ਸਭ ਕੁਛ ਹੈ, ਭਗਤੀ ਪ੍ਰੇਮ ਪੂਜਨ ਪਵਿੱਤਰਤਾ, ਪਰੰਤੂ ਕਸਰ ਹੈ ਤਾਂ ਤੇਰੀ ਪੂਜੇ ਮੂਰਤੀ ਵਿੱਚ। ਤੂੰ ਮੁਰਲੀ ਮਨੋਹਰ ਦੀ ਮੂਰਤੀ ਦਾ ਪੂਜਨ ਕਰ। ਹੈ ਤਾਂ ਗੱਲ ਪਿੱਛੋਂ ਇੱਕੋ, ਪਰ ਉਸ ਮੂਰਤੀ ਵਾਲਾ ਭਗਤੀ ਨੂੰ ਛੇਤੀ ਥਾਂ ਪਾਉਂਦਾ ਹੈ ਔਰ ਪ੍ਰਤੱਖ ਜਲਦੀ ਹੁੰਦਾ ਹੈ। ਦੇਖਾਂ ਸ੍ਰੀ ਜੈਦੇਵ ਸੁਆਮੀ ਜੀ ਜੋ ਆਦ ਭਗਤ ਹਨ, ਇੱਕ ਦਿਨ ਆਪਣੇ ਗੀਤ ਗੋਬਿੰਦ ਲਿਖਦੇ ਲਿਖਦੇ ਇੱਕ ਸ਼ਲੋਕ ਲਿਖਣ ਵੇਲੇ ਸੰਸੇ ਵਿੱਚ ਆ ਕੇ ਬਾਹਰ ਚਲੇ ਗਏ। ਮਗਰੋਂ ਸ੍ਰੀ ਕ੍ਰਿਸ਼ਨ ਜੀ ਨੇ ਮਨੁੱਖ ਰੂਪ ਧਾਰ ਕੇ ਹੂਬਹੂ ਜੈਦੇਵ ਵਰਗਾ ਉਸ ਦੇ ਘਰ ਫੇਰਾ ਪਾਇਆ ਤੇ ਉਸ ਦੇ ਕਾਗਜ਼ਾਂ ਪੁਰ ਇੱਕ ਸ਼ਲੋਕ ਰਚ ਕੇ ਆਪ ਲਿਖ ਕੇ ਚਲੇ ਗਏ। ਕਦੇ ਕਲਯੁਗ ਵਿੱਚ ਕੋਈ ਹੋਰ ਦੇਵਤਾ ਪ੍ਰਗਟ ਹੋਇਆ ਸੁਣਿਆ ਜੀ ਜੋ ਇਸ ਤਰ੍ਹਾਂ ਦਾ ਪਤੀਆ ਦੇ ਗਿਆ ਹੋਵੇ? ਮੈਂ ਕਿਹਾ ਤੁਸੀਂ ਸੱਚ ਆਖਦੇ ਹੋ, ਪਰ ਮੇਰੀ ਉਮਰ ਬੀਤ ਗਈ ਹੈ ਧਨੁਸ਼ ਬਾਣ ਵਾਲੀ ਮੂਰਤੀ ਦੇ ਪੂਜਣ ਵਿੱਚ। ਹੁਣ ਆਪਣੇ ਪੂਜੇ ਨੂੰ ਬਦਲਣਾ ਕਠਿਨ ਹੈ। ਇਸ ਤਰ੍ਹਾਂ ਦੇ ਇੱਕ ਹੋਰ ਆਏ ਸਨ। ਉਹ ਆਖਦੇ ਸਨ ਕਿ ਸਿੱਧੀ ਕ੍ਰਿਸ਼ਨ ਮੂਰਤੀ ਦੇ ਪੂਜਣ ਵਿੱਚ ਹੀ ਹੈ ਤੇ ਬਾਲ ਕ੍ਰਿਸ਼ਨ ਦੀ ਮੂਰਤੀ ਦੇ ਪੂਜਣ ਵਿੱਚ ਹੈ। ਮੈਂ ਅਚਰਜ ਹੋ ਕੇ ਪੁੱਛਿਆ ਕਿ ਬਾਲ ਕ੍ਰਿਸ਼ਨ ਜੀ ਕੋਈ ਹੋਰ ਹੋਏ ਹਨ? ਜਿਸ ਵੇਲੇ ਜੱਸੀ ਕ੍ਰਿਸ਼ਨ ਪਦ ਮੂੰਹ ਉਚਾਰਦੀ ਸੀ, ਰਾਮ ਰਮਨ ਜੀ
ਇੱਕ ਵੇਰ ਕੰਨਾਂ ਵਿੱਚ ਉਂਗਲਾਂ ਦੇ ਕੇ ਰਾਮ ਰਾਮ ਕਹਿ ਲੈਂਦੇ ਸਨ, ਫੇਰ ਅੱਗੋਂ ਗੱਲ ਸੁਣਦੇ ਸਨ। ਜੱਸੀ ਤਾਂ ਉਹ ਕਹਿਣ ਲੱਗੇ ਕਿ ਸ੍ਰੀ ਕ੍ਰਿਸ਼ਨ ਜੀ ਤਾਂ ਉਹ ਹਨ, ਪਰ ਅਸੀਂ ਉਹਨਾਂ ਦੀ 12 ਵਰਸ ਤੱਕ ਦੀ ਵਰੇਸ ਦਾ ਪੂਜਨ ਕਰਦੇ ਹਾਂ। ਮੈਂ ਅਚਰਜ ਹੋ ਕੇ ਪੁੱਛਿਆ, ਇਸ ਦਾ ਕਾਰਨ ਕੀ ਹੈ ਕਿ ਇੱਕੋ ਵਿਅਕਤੀ ਦੀ ਇੱਕ ਅਵਸਥਾ ਦਾ ਤਾਂ ਪੂਜਨ ਕਰਨਾ ਤੇ ਬਾਕੀ ਨੂੰ ਛੱਡ ਦੇਣਾ। ਉਹ ਜ਼ਰਾ ਮੁਸਕਰਾਏ ਤੇ ਕਹਿਣ ਲੱਗੇ, ਕਈ ਕਾਰਨ ਹਨ, ਪਰ ਮੁੱਖ ਕਾਰਨ ਇਹ ਹੈ ਕਿ ਬਾਲਕ ਦੀ ਪ੍ਰਸੰਨਤਾ ਸੁਲਭ ਹੁੰਦੀ ਹੈ, ਉੱਥੇ ਥੋੜੇ ਪ੍ਰੇਮ ਨਾਲ ਦਇਆ ਕਰ ਦਿੰਦਾ ਹੈ। ਲਓ ਭਗਤ ਜੀ, ਇਹ ਗੱਲ ਮੇਰੇ ਦਿਲ ਲੱਗੀ ਤੇ ਮੈਂ ਕਿਹਾ, ਐਤਕੀ ਜਦ ਤੁਸੀਂ ਮਿਲੋਗੇ ਤਾਂ ਕਹਾਂਗੀ ਕਿ ਤੁਸੀਂ ਮੈਨੂੰ ਕੋਈ ਸ੍ਰੀ ਰਾਮ ਜੀ ਦੀ ਬਾਲ ਮੂਰਤੀ ਲੈ ਦਿਓ। ਰਾਮ ਰਵਣ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ਪਰ ਇਸ਼ਟ ਵਾਲੇ ਸਾਧੂ ਕਾ ਸੰਗ ਕੁਸੰਗ ਤੁਲਿਆ ਹੈ बेटा, लगे रहो अपने काम से, घबराओ नहीं, कोई और अन्य मतावलंबी भी आया था। जस्सी जी, एक माई आई सी, ਉਹ ਬੰਗਾਲ ਦੀ ਸੀ। ਉਹ ਸ਼ਕਤੀ ਨੂੰ ਪੂਜਦੀ ਸੀ ਤੇ ਮੈਨੂੰ ਆਖਦੀ ਸੀ, ਸੋ ਪਰਮਾਤਮਾ ਹੈ, ਸੋ शिव रूप है। शिव की शक्ति सब काम करती है। वो आप तो निर्गुण रूप व्यापक है, शक्ति का पूजन करना चाहिए। स्वामी जी, उन्हां विच तां मास ਦਾ ਵੀ ਤਿਆਗ ਨਹੀਂ। ਮੈਂ ਤਾਂ ਇਸੇ ਗੱਲ ਤੋਂ ਉਦਾਸ ਹੋ ਗਈ ਕਿ ਹੈ ਸ਼ਕਤੀ ਜੀਵ ਹਿੰਸਾ ਤੋਂ ਆਪ ਪ੍ਰਸੰਨ ਨਹੀਂ ਹੁੰਦੀ। ਤਾਂ ਉਹ ਕਹਿਣ ਲੱਗੀ ਕਿ ਉਤਪਤ ਤੇ ਪਰਲੈ ਦੋਏ ਉਸ ਦੇ ਕੰਮ ਹਨ। ਗੱਲਾਂ ਤਾਂ ਉਹ ਕਰਦੀ ਸੀ ਕਈ ਪਤੇ ਦੀਆਂ, ਪਰ ਸਵਾਮੀ ਜੀ ਮੈਨੂੰ ਉਸ ਦੀ ਦੱਸੀ ਧਿਆਨ ਮੂਰਤੀ ਤੋਂ ਭੈ ਲੱਗਦਾ ਸੀ। ਉਹ ਟੁਰ ਗਈ ਜਵਾਲਾਮੁਖੀ ਨੂੰ ਲਾਹੌਰ ਦੇ ਸਮੀਪ ਕਾਂਗੜੇ ਦੇ ਪਰਬਤ ਵਿੱਚ। राम रमन, बेटा छोड़ दे मत मतांतरों के साधुओं को मिलना, एक के हो रहना श्रेष्ठ है। दूसरे मत वाले साधु भी हर जीव को अपने इष्ट देव के निश्चय से हिला देते हैं। हिलते रहने से कार्य की सिद्धि प्राप्त नहीं होती। अब ना मिला करो अपने मत के साधुओं के सिवा किसी और को। दूसरी बात ये करो कि जिस मूर्ति का पूजन करते हो वो छोटी है, वो तुम्हारे बालपने के लिए ठीक थी। अब हम तुमको एक पाषाण की बड़ी मूर्ति भेजेंगे। इसको स्थापित करने को हम आ पाएंगे, विधि संयुक्त स्थापन करेंगे। वो मूर्ति बड़ी दिव्य है, उसके पूजन ध्यान से तुम्हारे हृदय में आकर्षण होगा और आनंद रहोगे। जस्सी ने सत बचन आख्या। इस तरह अपने इष्ट देव दे पूजन विच बीबी नूं परपक्क करके राम रमन जी रमते रहे। कुछ दिनां मगरों एक बस्त्रां दे पलंदे विच मूर्ति नूं लुका के मुसलमानां दे भै तो डरदे बीबी दे घर लै आए। पुरातन पित्तल दी मूर्ति दी मरजंगी उसे दलान विच उच्चे थां पर धर दिती ते उसे थड़े ते इस मूर्ति नूं विधि संयुक्त स्थापित कर दिता। राम रमन ने हुण बीबी नूं दृढ़ता दा उपदेश दिता ते कहा कि तू भगत है, निज को उत्तम करके मान, हर साधु को पूजन योग ना माना कर, अन्यमति साधु का सत्संग ना किया कर। सचमुच ये मूर्ति अपने कला कौशल दी विद्या मूजब एक नमूना सी। कोमल उनरी दा मूर्ति संगे मरमर दी सी ते रंग भी चढ़े सन।